मारू महला पहला, मिल मात पिता पिंड कमाया, तिन करतै लेख लिखाया। ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਮਾਰੂ ਰਾਗ ਦੇ ਵਿੱਚ ਦਰਜ ਹੈ, ਜੋ ਕਿ ਪਾਵਨ ਅੰਗ 989 ਤੇ ਸੁਸ਼ੋਭਿਤ ਹੈ। ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ, ਕਹਿੰਦੇ ਮਿਲ ਮਾਤ ਪਿਤਾ ਪਿੰਡ ਕਮਾਇਆ। ਪਰਮਾਤਮਾ ਦੀ ਰਜ਼ਾ ਮੁਤਾਬਕ ਹੀ, ਉਸ ਦੇ ਹੁਕਮ ਮੁਤਾਬਕ ਹੀ ਮਾਤਾ ਪਿਤਾ ਦੇ ਸਹਿਯੋਗ ਨਾਲ, ਮਾਤਾ ਪਿਤਾ ਦੇ ਕਰਕੇ ਇਹ ਜਿਹੜਾ ਸਰੀਰ ਹੈ ਸਾਨੂੰ ਪ੍ਰਾਪਤ ਹੋਇਆ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਤਿੰਨ ਕਰਤੈ ਲੇਖ ਲਿਖਾਇਆ। ਨਾਲ ਹੀ ਪਰਮਾਤਮਾ ਨੇ ਇਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤੇ, ਇਸ ਦੇ ਮੱਥੇ ਤੇ ਲੇਖ ਲਿਖ ਦਿੱਤੇ। ਭਾਉ ਕੋਈ ਇੱਕ ਲੈਸਨ, ਕੋਈ ਇੱਕ ਪਾਠ ਇਹਨੂੰ ਦੱਸ ਦਿੱਤਾ, ਇਹਨੂੰ ਸਮਝਾ ਦਿੱਤਾ ਕਿ ਭਾਈ ਇਹ ਕੁਝ ਹੈ ਤੇਰੇ ਜੀਵਨ ਦਾ ਸਾਰ, ਇਹ ਕੁਝ ਹੈ ਲੇਖ ਵਿੱਚ, ਇਹ ਕੁਝ ਲਿਖਿਆ ਹੋਇਆ ਹੈ, ਇਹਨੂੰ ਚੇਤੇ ਰੱਖਣਾ ਹੈ। ਉਹ ਲੇਖ ਕੀ ਨੇ, ਉਹ ਅਗਾਂਹ ਵਿਚਾਰ ਆਏਗੀ। ਪਰ ਜਦੋਂ ਇਸ ਪੰਕਤੀ ਨੂੰ ਅਸੀਂ ਥੋੜਾ ਜਿਹਾ ਵਿਚਾਰੀਏ ਨਾ, ਤੇ ਇਹਦੇ ਸਮਾਂ ਦੇ ਵਿੱਚ ਇਹ ਸ਼ਬਦ ਦੀ ਪੰਕਤੀ ਬੜੇ ਮਾਇਨੇ ਰੱਖਦੀ ਹੈ। ਕਿਉਂਕਿ ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਦੇਣ ਵਾਲਾ ਜਨਮ ਮਰਨ ਉਸ ਰੱਬ ਦੇ ਹੱਥ ਵਿੱਚ ਹੈ। ਪਰਮਾਤਮਾ ਜਗ ਜੀਵਨ ਹੈ, ਜਗ ਨੂੰ ਜੀਵਨ ਦੇਣ ਦਾ ਕੰਮ ਹੈ। ਜਗ ਦਾ ਜੀਵਨ ਉਹ ਰੱਬ ਹੀ ਹੈ, ਕੋਈ ਦੂਜਾ ਨਹੀਂ ਹੈ। ਪਰ ਜਿਸ ਰਾਹੀਂ ਉਸ ਪਰਮਾਤਮਾ ਨੇ ਕਿਰਪਾ ਕਰਨੀ ਹੁੰਦੀ ਹੈ ਨਾ, ਉਹ ਜੋ ਜ਼ਰੀਆ ਬਣਦਾ ਹੈ, ਉਹ ਜ਼ਰੀਆ ਵੀ ਅਤ ਧਨਤਾ ਦੇ ਯੋਗ ਹੋ ਜਾਂਦਾ ਹੈ। ਉਹ ਜ਼ਰੀਆ ਵੀ ਬਹੁਤ ਸਨਮਾਨ ਤੇ ਮਾਨਯੋਗ ਹੋ ਜਾਂਦਾ ਹੈ। ਆਪਾਂ 2 ਦਿਨ ਪਹਿਲਾਂ ਹੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ ਨਾ। ਕਿਸੇ ਵੀ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਕੋਈ ਇਹੋ ਜਿਹਾ ਕੋਈ ਗੁਰਸਿੱਖ ਪਿਆਰਾ, ਕੋਈ ਵੱਡੀ ਧਾਰਮਿਕ ਹਸਤੀ ਜਿਸ ਦੀ ਸਮਾਜ ਨੂੰ ਬੜੀ ਦੇਣ ਹੈ, ਜਿਸ ਨੇ ਦੇਸ਼ ਕੌਮ ਵਾਸਤੇ ਕੁਝ ਕੀਤਾ ਹੈ, ਬੇਸ਼ੱਕ ਉਹਨਾਂ ਦੇ ਮਾਪਿਆਂ ਦਾ ਕੋਈ ਯੋਗਦਾਨ ਨਾ ਹੋਵੇ, ਬੇਸ਼ੱਕ ਉਹਨਾਂ ਮਾਪਿਆਂ ਦਾ ਬਹੁਤਾ ਯੋਗਦਾਨ ਨਾ ਹੋਵੇ, ਕੋਈ ਧਰਮ ਕੌਮ ਵਾਸਤੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਨਾ ਹੋਵੇ, ਪਰ ਜੋ ਪੁੱਤ ਹੈ, ਅਗਾਂਹ ਸੰਤਾਨ ਹੈ, ਉਹਨਾਂ ਦਾ ਇੱਕ ਵਿਸ਼ੇਸ਼ ਯੋਗਦਾਨ ਹੈ। ਤੇ ਜੋ ਵਡਿਆਈ, ਜੋ ਮਾਨ ਸਨਮਾਨ ਉਸ ਪੁੱਤ ਨੂੰ, ਉਸ ਬੱਚੇ ਨੂੰ, ਉਸ ਬੱਚੀ ਨੂੰ ਮਿਲਣਾ ਹੈ, ਤੇ ਕੀ ਉਹ ਮਾਨ ਸਨਮਾਨ ਉਸ ਸੰਤਾਨ ਤੱਕ ਸੀਮਿਤ ਰਹਿੰਦਾ ਹੈ? ਇਹੋ ਜਿਹਾ ਨਹੀਂ ਹੈ ਨਾ। ਜਿਸ ਦਿਨ, ਜਿਸ ਵੇਲੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਧਰਤੀ ਤੇ ਹੋਇਆ, ਗੁਰੂ ਪਾਤਸ਼ਾਹ ਗੁਰੂ ਸਾਹਿਬ ਜੀ ਨੇ, ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਣ, ਭਾਵੇਂ ਗੁਰੂ ਰਾਮਦਾਸ ਮਹਾਰਾਜ ਜੀ ਹੋਣ, ਜਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਣ, ਜੇ ਇਸ ਗੱਲ ਨੂੰ ਸਟੀਕ ਸਮਝਣ ਵਾਸਤੇ ਦੇਖਣਾ ਹੈ ਤੇ ਬੇਸ਼ੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਆਪਾਂ ਉਦਾਹਰਣ ਲੈ ਲਈਏ। ਕਿੰਨੇ ਦੂਰ ਦੁਰਾਡੇ ਤੱਕ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਆਂ ਦਾ ਪਾਰ ਉਤਾਰਾ ਕੀਤਾ ਹੈ। ਇੰਨੇ ਜੀਆਂ ਨੂੰ ਸਿੱਧੇ ਰਾਹੀਂ ਪਾਇਆ ਜਿਨ੍ਹਾਂ ਦੀ ਗਿਣਤੀ ਵੀ ਸੰਭਵ ਨਹੀਂ ਹੈ। ਉਹਨਾਂ ਸੜਦੇ ਬਲਦੇ ਲੋਕਾਂ ਦੇ ਸੀਨਿਆਂ ਨੂੰ ਠਾਰਿਆ, ਉਹਨਾਂ ਨੂੰ ਪਾਪਾਂ ਤੋਂ ਮੁਕਤ ਕੀਤਾ, ਉਹਨਾਂ ਨੂੰ ਪਰਮਾਰਥ ਵਾਲੇ ਰਾਹੇ ਲਾਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਰੱਬ ਰੂਪ ਹੋ ਕੇ ਸੰਸਾਰ 'ਚ ਵਿਚਰੇ ਨੇ, ਲੋਕਾਂ ਨੂੰ ਸਿੱਧੇ ਰਾਹੀਂ ਪਾਇਆ। ਪਰ ਜੇ ਵਡਿਆਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ, ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਜੇ ਦੇਸ਼ ਕੌਮ ਦੀ, ਜੇ ਅਧਿਆਤਮ ਦੇ ਖੇਤਰ ਦੇ ਵਿੱਚ ਗੱਲ ਕਰਾਂਗੇ ਤੇ ਬਹੁਤਾ ਯੋਗਦਾਨ ਨਹੀਂ ਹੈ ਨਾ।
ਬਹੁਤਾ ਯੋਗਦਾਨ ਨਹੀਂ ਹੈ ਨਾ। ਕੌਣ ਜਾਣਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਮਹਿਤਾ ਕਾਲੂ ਜੀ ਨੂੰ, ਜਾਂ ਕਿਸ ਨੇ ਜਾਣਨਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਗੈਰ। ਪਰ ਜਿਸ ਵੇਲੇ ਬਾਣੀ ਨੇ ਗੱਲ ਕੀਤੀ ਹੈ, ਜਿਸ ਵੇਲੇ ਬਾਣੀ ਨੇ ਮਾਨ ਸਨਮਾਨ ਤੇ ਧਨਤਾ ਦੀ ਗੱਲ ਕੀਤੀ ਹੈ, ਉਸ ਵੇਲੇ ਵਡਿਆਈ ਕਰਦੇ ਆ ਕੇਵਲ ਗੁਰੂ ਸਾਹਿਬ ਜੀ ਤੱਕ ਜਾਂ ਉਸ ਸ਼ਖਸੀਅਤ ਤੱਕ ਸੀਮਿਤ ਨਹੀਂ ਰਹੇ, ਬਲਕਿ ਬਚਨ ਕੀ ਕਹੇ ਨੇ, ਤਨ ਤਨ ਪਿਤਾ, ਤਨ ਤਨ ਕੁਲ, ਤਨ ਤਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਕੋਈ ਕਵੇ ਜੀ ਪਾਰ ਉਤਾਰਾ ਤੇ ਗੁਰੂ ਨੇ ਕੀਤਾ, ਕੋਈ ਕਵੇ ਜੀ ਪਾਰ ਉਤਾਰਾ ਤੇ ਗੁਰੂ ਨੇ ਕੀਤਾ, ਰਹਿਮਤ ਨੇ ਗੁਰੂ ਨੇ ਕੀਤੀ ਹੈ। ਧਨ ਤਾਂ ਫਿਰ ਮਾਤਾ ਧਨ ਕਿਵੇਂ ਹੋ ਗਈ, ਪਿਤਾ ਧਨ ਕਿਉਂ ਹੋ ਗਿਆ? ਉਹਨਾਂ ਦੀ ਵਡਿਆਈ, ਉਹਨਾਂ ਦਾ ਮਾਨ ਸਨਮਾਨ ਕਿਉਂ? ਇਹਦਾ ਕਾਰਨ ਇਹ ਹੈ ਭਾਈ, ਜਿਸ ਸਰੀਰ ਵਿੱਚ ਜੋ ਜੋਤ ਵਰਤੀ ਹੈ, ਜਿਸ ਸਰੀਰ ਵਿੱਚ ਵਰਤ ਕੇ ਲੋਕਾਂ ਦਾ ਪਾਰ ਉਤਾਰਾ ਕੀਤਾ ਹੈ ਨਾ, ਉਹ ਸਰੀਰ ਦੀ ਜੋ ਦੇਣ ਹੈ, ਜੋ ਸਰੀਰ ਮਿਲਿਆ ਹੈ, ਉਹਦੇ ਵਿੱਚ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਜ਼ਰੀਆ ਬਣੇ ਨੇ, ਜ਼ਰੀਆ ਬਣੇ ਨੇ ਨਾ। ਅੱਜ ਦੇ ਸਮੇਂ ਦੇ ਵਿੱਚ ਵੀ ਕਿਸੇ ਦੀ ਕੋਈ ਮਦਦ ਕਰੇ, ਕਿਸੇ ਲੋੜਵੰਦ ਦੀ, ਕਿਸੇ ਲੋੜਵੰਦ ਦੀ ਕੋਈ ਮਦਦ ਕਰੇ, ਕਰਨ ਵਾਲਾ ਤੇ ਰੱਬ ਹੈ, ਦੇਣ ਵਾਲਾ ਤੇ ਰੱਬ ਹੈ। ਪਰ ਕਿਸੇ ਰਾਹੀਂ ਮਦਦ ਹੁੰਦੀ ਹੈ ਨਾ, ਕਿਸੇ ਰਾਹੀਂ ਹੁੰਦੀ ਹੈ। ਕੋਈ ਭੁੱਖਾ ਭਾਣੇ ਬੈਠਾ ਹੋਇਆ, ਮਨੁੱਖ ਦੇ ਮਨ ਦੇ ਵਿੱਚ ਖਿਆਲ ਆਇਆ ਭਾਈ ਭੁੱਖਾ ਹੈ, ਚਲੋ ਉਸ ਨੂੰ ਪ੍ਰਸ਼ਾਦਾ ਛਕਾ ਦਈਏ। ਜੇ ਸਿਆਲ ਦਾ ਸਮਾਂ ਕੋਈ ਨੰਗੇਜ਼ ਵਿੱਚ ਬੈਠਾ ਹੋਇਆ, ਠੰਡ ਨਾਲ ਠਿਠੁਰ ਰਿਹਾ, ਕਿਸੇ ਨੇ ਨੰਗੇਜ਼ ਨੂੰ ਢੱਕ ਦਿੱਤਾ, ਕਿਸੇ ਨੇ ਹੋਰ ਤਲਾਈ ਆਦਿਕ ਕੰਬਲ ਆਦਿਕ ਉਹਨੂੰ ਦੇ ਦਿੱਤਾ ਤਰਸ ਕਰਕੇ। ਹੁਣ ਦੇਣ ਵਾਲਾ ਤੇ ਰੱਬ ਹੈ, ਕਿਉਂ ਖਿਆਲ ਮਨ ਦੇ ਵਿੱਚ ਤੇ ਪਰਮਾਤਮਾ ਨੇ ਦਿੱਤਾ ਹੈ ਨਾ। ਜੋ ਤਰਸ ਦਾ, ਜੋ ਮਨ ਦਾ ਖਿਆਲ ਹੈ, ਸੋਚ ਹੈ, ਫੁਰਨਾ ਹੈ, ਉਹ ਤੇ ਪਰਮਾਤਮਾ ਨੇ ਬਣਾਇਆ। ਤਾਂ ਹੀ ਮਨੁੱਖ ਨੇ ਮਦਦ ਕੀਤੀ ਹੈ, ਤਾਂ ਹੀ ਮਨੁੱਖ ਨੇ ਉਹ ਜੋ ਦਾਤ ਹੈ, ਉਹ ਜੋ ਪਦਾਰਥ ਹੈ, ਉਸ ਲੋੜਵੰਦ ਨੂੰ ਦਿੱਤਾ। ਤੇ ਕੀ ਉਸ ਦੇਣ ਵਾਲੇ ਦਾ ਮਾਨ ਸਨਮਾਨ ਨਹੀਂ ਹੁੰਦਾ? ਜਿਸ ਨੇ ਦਾਤ ਪ੍ਰਾਪਤ ਕੀਤੀ ਹੈ, ਜਾਣਦਾ ਉਹ ਵੀ ਹੈ, ਸ਼ੁਕਰਾਨਾ ਉਹ ਵੀ ਰੱਬ ਦਾ ਕਰਦਾ ਹੈ। ਪਰਮਾਤਮਾ ਤੇਰਾ ਧੰਨ, ਤਾਂ ਤੂੰ ਧੰਨ ਹੈ, ਸ਼ੁਕਰ ਹੈ ਤੇਰਾ। ਪਰ ਜਿਸ ਰਾਹੀਂ ਉਹ ਮਦਦ ਹੋਈ ਹੈ ਨਾ, ਮਨੁੱਖ ਉਸ ਦਾ ਵੀ ਨਾਲ ਧੰਨਵਾਦ ਕਰਦਾ ਹੈ, ਉਸ ਦਾ ਵੀ ਧੰਨਵਾਦ ਕਰਦਾ ਹੈ, ਸ਼ੁਕਰਾਨਾ ਕਰਦਾ ਹੈ। ਇਹ ਗੱਲ ਇਸ ਵਾਸਤੇ ਹੈ ਕਿਉਂਕਿ ਬਦਲਦੇ ਹੋਏ ਇਸ ਸਮਾਂ ਦੇ ਵਿੱਚ, ਦੌਰ ਦੇ ਵਿੱਚ ਅਕਸਰ ਸਾਡੇ ਵਰਗਿਆਂ ਦੀ, ਜਾਂ ਕਹਿ ਲਓ ਕਿ ਬਹੁਤੇ ਲੋਕਾਂ ਦੀ, ਆਪਣੇ ਮਾਪਿਆਂ ਤੋਂ ਹਮੇਸ਼ਾ ਸ਼ਿਕਾਇਤ ਹੀ ਰਹਿੰਦੀ ਹੈ। ਹਮੇਸ਼ਾ ਆਪਣੇ ਮਾਪਿਆਂ ਤੋਂ ਸ਼ਿਕਾਇਤ ਹੀ ਰਹਿੰਦੀ ਹੈ, ਸ਼ਿਕਵਾ ਹੀ ਰਹਿੰਦਾ ਹੈ। ਕੋਈ ਮੰਗ ਪੂਰੀ ਨਾ ਹੋਵੇ, ਕੋਈ ਗੱਲ ਨਾ ਮੰਨਣ, ਕੋਈ ਪਦਾਰਥ ਨਾ ਮਿਲੇ, ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ, ਜੀਵਨ ਦੇ ਕਿਸੇ ਨਾ ਕਿਸੇ ਪੜਾਅ ਤੇ, ਬੇਸ਼ੱਕ ਸਾਡੇ ਚੋਂ ਕੋਈ ਹੋਵੇ, ਕਿਤੇ ਨਾ ਕਿਤੇ ਸੁਭਾਵਕ ਮੁਖ ਤੋਂ ਨਿਕਲ ਹੀ ਜਾਂਦਾ ਹੈ, ਜੇ ਤੁਸੀਂ ਸਾਡੇ ਵਾਸਤੇ ਕੀ ਕੀਤਾ ਹੈ। ਜੇ ਸਾਡੇ ਵਾਸਤੇ ਮਾਪਿਆਂ ਨੇ ਕੁਝ ਕੀਤਾ ਹੀ ਨਹੀਂ, ਜੇ ਸਾਡੇ ਵੱਡਿਆਂ ਨੂੰ ਅਕਲ ਹੀ ਨਹੀਂ ਸੀ, ਉਹਨਾਂ ਨੇ ਕੁਝ ਕੀਤਾ ਹੀ ਨਹੀਂ। ਅਕਸਰ ਇਹੋ ਜਿਹੇ ਜਿਹੜੇ ਲਫ਼ਜ਼ ਨੇ, ਕਿਸੇ ਨਾ ਕਿਸੇ ਮੋੜ ਤੇ ਜਾ ਕੇ, ਕਿਸੇ ਨਾ ਕਿਸੇ ਜੀਵਨ ਦੇ ਪੜਾਅ ਤੇ ਜਾ ਕੇ ਸਾਡੇ ਮੁਖ ਤੋਂ ਨਿਕਲ ਜਾਂਦੇ ਨੇ। ਇਹ ਜੋ ਵਿਚਾਰ ਹੈ, ਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਲਿਆ ਵੇਖ ਕੀ ਮਿਲਿਆ ਤੇਰੇ ਮਾਪਿਆਂ ਵੱਲੋਂ, ਕੀ ਦਿੱਤਾ ਉਸ ਰੱਬ ਨੇ, ਉਸ ਮਾਪਿਆਂ ਨੇ ਕੀ ਸਾਨੂੰ ਦਿੱਤਾ ਹੋਇਆ, ਉਹਨਾਂ ਰਾਹੀਂ ਸਾਨੂੰ ਕੀ ਮਿਲਿਆ ਹੈ। ਮਿਲ ਮਾਤ ਪਿਤਾ ਪਿੰਡ ਕਮਾਇਆ। ਉਹਨਾਂ ਮਾਪਿਆਂ ਦੇ ਰਾਹੀਂ ਸਾਨੂੰ ਇਹ ਸਰੀਰ ਮਿਲਿਆ ਹੈ, ਜੀਵਨ ਮਿਲਿਆ ਹੈ। ਜੀਵਨ ਦੇਣ ਵਾਲਾ ਰੱਬ ਹੈ, ਜਨਮ ਮੌਤ ਉਸ ਹੱਥ ਦੇ ਵਿੱਚ ਹੈ, ਪਰ ਭਾਈ ਮਿਲਿਆ ਕਿਸ ਰਾਹੀਂ ਹੈ? ਪਰਮਾਤਮਾ ਨੇ ਜੋ ਜੀਵਨ ਦਿੱਤਾ ਹੈ,
ਜੋ ਸਰੀਰ ਦਿੱਤਾ ਹੈ ਨਾ, ਉਹ ਮਾਪਿਆਂ ਦੇ ਰਾਹੀਂ ਦਿੱਤਾ ਹੈ। ਇਹ ਸਰੀਰ ਜਿਸ ਦੀ ਅਹਿਮੀਅਤ ਨੂੰ ਹਰ ਕੋਈ ਜਾਣਦਾ ਹੈ, ਕਿਸ ਨੂੰ ਸਮਝਾਉਣ ਦੀ ਲੋੜ ਨਹੀਂ ਪਈ ਸਰੀਰ ਦੀ ਮਹੱਤਤਾ ਕੀ ਹੈ। ਹਰ ਕੋਈ ਮਨੁੱਖ ਜਾਣਦਾ ਜੀ ਜੀਵਨ ਦੀ ਮਹੱਤਤਾ ਕੀ ਹੈ, ਜੀਵਨ ਕਿੰਨਾ ਕੀਮਤੀ ਹੈ। ਕੋਈ ਦੁਨੀਆ ਦਾ ਪਦਾਰਥ, ਕੋਈ ਧਨ ਦੌਲਤ, ਕੋਈ ਕੀਮਤੀ ਸ਼ੈ ਮਿਲ ਕੇ ਵੀ ਇਸ ਜਨਮ ਨੂੰ ਨਹੀਂ ਪ੍ਰਾਪਤ ਕਰ ਸਕਦੀ, ਇਸ ਜਨਮ ਦੀ ਸਰੀਰ ਦੀ ਬਰਾਬਰੀ ਨਹੀਂ ਕਰ ਸਕਦੀ। ਤੇ ਏਡੀ ਕੀਮਤੀ ਸ਼ੈ, ਇੰਨਾ ਕੀਮਤੀ ਜੀਵਨ, ਇੰਨਾ ਅਨਮੋਲ ਇਹ ਜੀਵਨ ਕਿਸ ਰਾਹੀਂ ਮਿਲਿਆ? ਮਾਪਿਆਂ ਰਾਹੀਂ। ਉਹਨਾਂ ਮਾਪਿਆਂ ਰਾਹੀਂ ਮਿਲਿਆ ਨਾ। ਤੇ ਕੱਲ ਬੜਾ ਸੋਹਣਾ ਬਚਨ ਆਇਆ ਸੀ ਕੱਲ ਦੇ ਸ਼ਬਦ ਦੇ ਵਿੱਚ ਕਿ ਵਿਛੜਿਆ ਕਾ ਕਿਆ ਵਿਛੜੈ, ਮਿਲਿਆ ਕਾ ਕਿਆ ਮੇਲ। ਕਿ ਜਿਸ ਰੱਬ, ਜਿਹੜਾ ਮਨੁੱਖ ਅਤ ਅਨਮੋਲ ਸ਼ੈ ਪਰਮਾਤਮਾ ਨੂੰ ਪ੍ਰਾਪਤ ਕਰ ਗਿਆ ਹੋਵੇ, ਉਸ ਨੂੰ ਹੋਰ ਕੀ ਦੇ ਸਕਦੇ, ਉਸ ਨੂੰ ਹੋਰ ਕੀ ਮਿਲਣ ਦੀ ਲੋੜ ਹੈ। ਤੇ ਜਿਹੜਾ ਅਤ ਕੀਮਤੀ ਅਨਮੋਲ ਪਰਮਾਤਮਾ ਤੋਂ ਵਿਛੜ ਗਿਆ ਹੋਵੇ, ਉਸ ਨੂੰ ਹੋਰ ਕਿਹੜੇ ਵਿਛੋੜੇ ਦੀ ਲੋੜ ਹੈ, ਕਿਹੜੇ ਦੁੱਖ ਦੀ ਲੋੜ ਹੈ? ਵੱਡਾ ਦੁੱਖ ਉਸ ਨੂੰ ਇਹੀ ਹੈ। ਤੇ ਜਿਸ ਮਨੁੱਖ ਨੂੰ ਇਹ ਅਨਮੋਲ ਜੀਵਨ ਮਿਲ ਗਿਆ ਹੋਵੇ ਤੇ ਜਿਨ੍ਹਾਂ ਮਾਪਿਆਂ ਦੇ ਰਾਹੀਂ ਮਿਲ ਗਿਆ ਹੋਵੇ, ਤੇ ਭਲਿਆ ਉਹਨਾਂ ਮਾਪਿਆਂ ਤੋਂ ਹੋਰ ਕੀ ਕੁਝ ਚਾਹੀਦਾ ਸਾਨੂੰ? ਹੋਰ ਕਿਹੜੀ ਚੀਜ਼, ਕਿਹੜੀ ਦਾਤ ਦੀ ਅਸੀਂ ਉਮੀਦ ਕਰ ਰਹੇ ਹਾਂ, ਕਿਸ ਦਾਤ ਦੀ ਮੰਗ ਕਰ ਰਹੇ ਹਾਂ? ਇਹ ਅਨਮੋਲ ਜਨਮ ਤੇ ਸਾਨੂੰ ਮਿਲ ਗਿਆ ਨਾ, ਇਹ ਅਨਮੋਲ ਜਨਮ ਮਿਲ ਗਿਆ। ਹੀਰੇ ਜੈਸਾ ਕਬੀਰ ਜਨਮ, ਜਿਹੜਾ ਹੈ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਹੋਏ ਨਾ ਬਾਰੰਬਾਰ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਜੋ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਤੇ ਜੇ ਇਸ ਵਿਚਾਰ ਨੂੰ ਆਪਣੇ ਹਿਰਦੇ 'ਚ ਵਸਾ ਲਵਾਂਗੇ ਨਾ, ਕਦੇ ਵੀ ਜਾਣੇ ਅਣਜਾਣੇ ਵੀ ਆਪਣੇ ਮਾਪਿਆਂ ਦੇ ਪ੍ਰਤੀ ਸਾਡੇ ਤੋਂ ਇਹ ਗਿਲਾ ਨਹੀਂ ਹੋਵੇਗਾ। ਜਾਣੇ ਅਣਜਾਣੇ ਵੀ ਇਹ ਲਫ਼ਜ਼ ਕਦੇ ਨਹੀਂ ਮੁਖ ਤੋਂ ਨਿਕਲਣਗੇ, ਜੇ ਤੁਸਾਂ ਸਾਡੇ ਵਾਸਤੇ ਕੀਤਾ ਕੀ ਹੈ, ਜੇ ਤੁਸਾਂ ਸਾਡੇ ਵਾਸਤੇ ਕੀਤਾ ਕੀ ਹੈ? ਕੁਝ ਨਹੀਂ ਕੀਤਾ। ਕਦੇ ਇਹੋ ਜਿਹੇ ਗਿਲੇ ਦੇ ਸ਼ਿਕਵੇ ਦੇ ਬੋਲ ਸਾਡੀ ਰਸਨਾ ਤੋਂ ਨਹੀਂ ਨਿਕਲ ਸਕਦੇ, ਕਿਉਂਕਿ ਸਭ ਤੋਂ ਕੀਮਤੀ ਸ਼ੈ ਇਹ ਜੀਵਨ ਜਿਸ ਨੂੰ ਅਸੀਂ ਭੁੰਚ ਰਹੇ ਹਾਂ, ਜਿਹਦੇ ਤੇ ਮਾਣ ਕਰ ਰਹੇ ਹਾਂ, ਇਹ ਜੀਵਨ ਉਹਨਾਂ ਮਾਪਿਆਂ ਦੀ ਦੇਣ ਹੈ। ਤੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਮਿਲ ਮਾਤ ਪਿਤਾ ਪਿੰਡ ਕਮਾਇਆ। ਇਹ ਸਰੀਰ ਸਾਨੂੰ ਮਾਪਿਆਂ ਰਾਹੀਂ ਮਿਲਿਆ ਤੇ ਤਿਨ ਕਰਤੈ ਲੇਖ ਲਿਖਾਇਆ। ਉਸ ਕਰਤੇ ਪਰਮਾਤਮਾ ਨੇ ਲੇਖ ਲਿਖ ਦਿੱਤੇ ਹਨ। ਲਿਖ ਦਾਤ ਜੋਤ ਵਡਿਆਈ। ਉਹ ਲਿਖਿਆ ਕੀ ਹੈ, ਉਹ ਲੇਖ ਕੀ ਲਿਖੇ ਨੇ ਕਿ ਦਾਤ ਜੋਤ ਵਡਿਆਈ। ਉਸ ਪਰਮਾਤਮਾ ਦੀ ਜੋਤ ਦੀ ਹਮੇਸ਼ਾ ਵਡਿਆਈ ਕਰੀ। ਇਹ ਲੇਖ ਲਿਖੇ ਉਸ ਰੱਬ ਨੇ, ਇਹ ਸਮਝਾ ਕੇ ਕੁਝ ਹਿਦਾਇਤਾਂ ਦੇ ਕੇ ਤੋਰਿਆ ਪਾਤਸ਼ਾਹ ਜੀ ਨੇ, ਪਰਮਾਤਮਾ ਨੇ, ਕਿ ਭਲਿਆ ਜਿਹੜੀ ਜੋਤ ਤੇਰੇ ਵਿੱਚ ਵਸਦੀ ਹੈ, ਇਸ ਅੰਤਰ ਵਸਦੀ ਹੋਈ ਜੋਤ ਦੀ ਹਮੇਸ਼ਾ ਵਡਿਆਈ ਕਰੀ। ਤੇ ਦਾਤ, ਜੋ ਵੀ ਦਾਤ ਮੰਗਣੀ ਹੋਵੇ ਇਸ ਪਰਮਾਤਮਾ ਤੋਂ ਮੰਗੀ, ਉਸ ਦੇ ਸਨਮੁਖ ਹੋ ਕੇ ਉਹਦੇ ਸਾਹਮਣੇ ਜਾਚਣਾ ਕਰੀ। ਇਹੋ ਜਿਹੀਆਂ ਹਿਦਾਇਤਾਂ ਦੇ ਕੇ ਤੋਰਿਆ ਪਰਮਾਤਮਾ ਨੇ। ਰੱਬ ਨੂੰ ਬੜਾ ਫਿਕਰ ਜੇ ਹੋਇਆ ਸਾਡਾ, ਰੱਬ ਨੂੰ ਸਾਡਾ ਫਿਕਰ ਹੈ ਨਾ। ਜਿਹੜੇ ਸੰਸਾਰ ਦੇ ਵਿੱਚ ਦਿਸਦੇ ਹੋਏ ਸਾਡੇ ਮਾਪੇ ਨੇ, ਉਤੇ ਜਿਨ੍ਹਾਂ ਦੇ ਰਾਹੀਂ ਸੰਸਾਰ 'ਚ ਆਏ ਉਹ ਨੇ, ਪਰ ਜਿੰਦ ਟਿਕਾਣ ਵਾਲਾ ਵੀ ਤੇ ਪਰਮਾਤਮਾ ਸਾਡਾ ਮਾਤਾ ਪਿਤਾ ਹੀ ਹੈ ਨਾ। ਉਤੇ ਪਹਿਲਾਂ ਤੋਂ ਹੀ ਪਿਤਾ ਹੈ, ਉਤੇ ਪਹਿਲੋਂ ਦਾ ਮਾਤਾ ਹੈ। ਸੰਸਾਰ 'ਚ ਆਏ, ਪ੍ਰਗਟ ਤੌਰ ਤੇ ਮਾਪਿਆਂ ਦੇ ਦੀਦਾਰ ਹੋਏ। ਐਸੇ ਵਾਸਤੇ ਮਾਪਿਆਂ ਨੂੰ ਰੱਬ ਵੀ ਕਹਿੰਦੇ ਤੇ ਰੱਬ ਨੂੰ ਮਾਪਿਆਂ ਵੀ ਆਖਦੇ ਆ, ਕਹਿੰਦੇ ਨੇ ਨਾ।
ਭਈ ਮਾਪਿਆਂ ਨੂੰ ਰੱਬ ਰੂਪ ਆਖਿਆ ਜਾਂਦਾ ਜੀ, ਮਾਤਾ ਪਿਤਾ ਰੱਬ ਨੇ, ਤੇ ਰੱਬ ਨੂੰ ਮਾਤਾ ਪਿਤਾ ਆਖਿਆ ਜਾਂਦਾ ਹੈ। ਕਿਉਂ? ਕਿਉਂਕਿ ਭਈ ਇੱਕ ਤਨ ਦਾ, ਇੱਕ ਮਨ ਦਾ। ਉਹ ਤਨ ਸਾਨੂੰ ਉਸ ਮਾਪੇ ਦੇ ਰਾਹੀਂ ਮਿਲਿਆ, ਜੋ ਸੰਤਰ ਵਸਦੀ ਹੋਈ ਜੋਤ ਹੈ, ਉਸ ਪਰਮਾਤਮਾ ਦੀ ਆਪਣੀ ਹੈ, ਉਸ ਨੇ ਬਖਸ਼ਿਸ਼ ਕੀਤੀ ਹੋਈ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਬਾਣੀ ਨੇ ਫਰਮਾਨ ਕੀਤਾ, ਸਾਂਝਾ ਸਾਹਿਬ ਬਾਪ ਹਮਾਰਾ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਹਿਦਾਇਤ ਦੇ ਕੇ ਤੋਰਿਆ ਰੱਬ ਨੇ, ਸਮਝਾ ਕੇ ਭੇਜਿਆ। ਮਾਪੇ ਜੇ ਹੋਇਆ ਪਰਮਾਤਮਾ, ਕਿਉਂਕਿ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਕਿਤੇ ਭੇਜਦੇ ਨੇ, ਭਾਵੇਂ ਪੜ੍ਹਾਈਆਂ ਵਾਸਤੇ ਕਿਸੇ ਦੂਜੇ ਸ਼ਹਿਰ 'ਚ ਭੇਜੀਏ, ਕਿਸੇ ਕੰਮ ਦੇ ਸਿਲਸਿਲੇ 'ਚ ਬੱਚਾ ਆਪਣੇ ਮਾਪਿਆਂ ਤੋਂ ਦੂਰ ਕਿਤੇ ਵਿਦੇਸ਼ਾਂ 'ਚ ਜਾਵੇ, ਜਾਂ 2 4 6 10 ਦਿਨਾਂ ਵਾਸਤੇ ਕਿਸੇ ਰਿਸ਼ਤੇਦਾਰੀਆਂ 'ਚ ਹੀ ਕਿਉਂ ਨਾ ਜਾਏ, ਕਿਸੇ ਸਾਕ ਸੰਬੰਧੀਆਂ ਦੇ ਘਰ ਹੀ ਕਿਉਂ ਨਾ ਜਾਵੇ, ਮਾਪੇ ਹਿਦਾਇਤ ਕਰਕੇ ਤੋਰਦੇ ਨੇ। ਕਿਵੇਂ ਰਹਿਣਾ ਹੈ, ਕੀ ਕਰਨਾ ਹੈ, ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਮਾਪੇ ਨੇ ਨਾ। ਰੱਬ ਨੇ ਵੀ ਉਸ ਨਿਰੰਕਾਰ ਦੇ ਦੇਸ਼ ਤੋਂ ਇਸ ਜੀਵ ਦੀ ਆਮਦ ਹੋਣ ਲੱਗਿਆਂ ਪਰਮਾਤਮਾ ਨੇ ਤੋਰਿਆ। ਜਦੋਂ ਘੱਲੇ ਆਵਹਿ ਨਾਨਕਾ, ਉਸ ਦੇ ਘੱਲੇ ਹੋਏ ਸੰਸਾਰ 'ਚ ਜਦੋਂ ਆਏ, ਰੱਬ ਨੇ ਸਮਝਾਇਆ, ਰੱਬ ਨੇ ਹਿਦਾਇਤਾਂ ਕੀਤੀਆਂ ਕੀ ਕੁਝ ਕਰਨਾ ਹੈ। ਤੇ ਮਾਪੇ ਨੇ ਤੇ ਆਪਣਾ ਫਰਜ਼ ਨਿਭਾ ਦਿੱਤਾ, ਪਰਮਾਤਮਾ ਨੇ ਤੇ ਆਪਣਾ ਫਰਜ਼ ਨਿਭਾ ਦਿੱਤਾ। ਮਾਪਿਆਂ ਨੇ ਬੱਚਿਆਂ ਨੂੰ ਸਮਝਾ ਕੇ ਵਿਦੇਸ਼ ਤੋਰਿਆ, ਕਿਸੇ ਦੂਜੇ ਸ਼ਹਿਰ 'ਚ ਭੇਜਿਆ। ਹੁਣ ਅਗਾਹਾਂ ਬੱਚੇ ਦੀ ਸੋਚ ਕੀ ਹੈ, ਅਗਾਹਾਂ ਬੱਚਾ ਕੀ ਕੁਝ ਕਰਦਾ ਹੈ, ਇਹਦੇ ਵਿੱਚ ਤੇ ਮਾਪਿਆਂ ਦਾ ਕਸੂਰ ਨਹੀਂ ਹੈ ਨਾ। ਉਹਨਾਂ ਨੇ ਫਰਜ਼ ਨੂੰ ਨਿਭਾਇਆ, ਸਮਝਾਇਆ, ਸਮਝਾ ਕੇ ਤੋਰਿਆ। ਜੇ ਉਹ ਸਿੱਖਿਆ ਨੂੰ ਪੱਲੇ ਨਹੀਂ ਬੰਨਦੇ ਤੇ ਮਾੜੇ ਰਾਹੇ ਤੁਰ ਪੈਂਦੇ ਨੇ, ਜਾਂ ਉਹਨਾਂ ਦੀ ਗੱਲ ਆਖੀ ਹੋਈ ਗੱਲ ਨੂੰ ਨਹੀਂ ਮੰਨ ਕੇ ਹੋਰ ਕੋਈ ਕੰਮ ਵਿੱਚ ਲੱਗ ਜਾਂਦੇ ਨੇ, ਤੇ ਭਾਈ ਫੇਰ ਕਸੂਰ, ਦੋਸ਼ ਮਾਪਿਆਂ ਦਾ ਨਹੀਂ ਹੈ। ਰੱਬ ਨੇ ਵੀ ਸਾਨੂੰ ਇਸੇ ਤਰ੍ਹਾਂ ਸੰਸਾਰ 'ਚ ਭੇਜਿਆ, ਲਿਖ ਦਾਤ ਜੋਤ ਵਡਿਆਈ। ਪਰ ਇਹੀ ਕੁਝ ਇਸ ਜੀਵ ਦੇ ਨਾਲ ਹੋਇਆ, ਮਿਲ ਮਾਇਆ ਸੁਰਤ ਗਵਾਈ। ਇਸ ਮਨੁੱਖ ਨੇ, ਇਸ ਜੀਵ ਨੇ ਸੰਸਾਰ 'ਚ ਆਇਆ, ਮਿਲ ਮਾਇਆ, ਮਾਇਆ ਨਾਲ ਮਿਲ ਕੇ ਸੁਰਤ ਗਵਾਈ। ਉਸ ਰੱਬ ਨਾਲ ਜੁੜੀ ਹੋਈ ਸੁਰਤ ਨੂੰ ਗਵਾ ਲਿਆ, ਰੱਬ ਨਾਲ ਜੁੜੀ ਹੋਈ ਉਸ ਸੁਰਤ ਨੂੰ ਗਵਾ ਲਿਆ। ਬੜਾ ਪਿਆਰਾ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ। ਪਾਸ਼ਾ ਕਹਿੰਦੇ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸੰਸਾਰ 'ਚ ਆਏ, ਰੱਬ ਨਾਲੋਂ ਲਿਵ ਟੁੱਟੀ, ਇੱਕਦਮ ਮਾਇਆ ਨੇ ਆਪਣੀ ਬੁੱਕਲ 'ਚ ਲਿਆ। ਬਸ ਸਾਰੀ ਉਮਰ ਉਸ ਮਾਇਆ ਦੀ ਬੁੱਕਲ ਦੇ ਵਿੱਚ ਹੀ ਰਹਿ ਗਿਆ, ਨਹੀਂ ਨਿਕਲ ਸਕਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸ ਮਾਇਆ ਨੇ ਜੋ ਬੁੱਕਲ 'ਚ ਲਿਆ, ਤੇ ਉਸਨੇ ਇਹਨੂੰ ਜੋ ਹੀ ਬੁੱਕਲ ਤੇ ਲੈ ਕੇ ਲੋਰੀਆਂ ਦਿੱਤੀਆਂ। ਜੋ ਕੁਝ ਇਸ ਨੇ ਕਿਹਾ, ਮਾਇਆ ਨੇ ਆਖਿਆ, ਬਸ ਉਸ ਦਾ ਹੀ ਹੋ ਕੇ ਰਹਿ ਗਿਆ, ਉਸ ਦਾ ਹੀ ਹੋ ਕੇ ਰਹਿ ਗਿਆ। ਇਹਨੂੰ ਗਾਂ ਕੋਈ ਸਮਝ ਨਹੀਂ ਆਈ, ਭੁੱਲ ਗਈ ਸਾਰੀਆਂ ਗੱਲਾਂ ਕਿ ਜੇ ਸੰਸਾਰ ਦੇ ਵਿੱਚ ਤੇ ਬਾਅਦ 'ਚ ਆਇਆ। ਪਹਿਲਾਂ 9 ਮਹੀਨੇ ਮਾਤਾ ਦੇ ਗਰਭ 'ਚ ਪੁੱਠਾ ਲਮਕਿਆ ਰਿਹਾ, ਉੱਥੇ ਬਚਾਉਣ ਵਾਲਾ ਕੌਣ? ਧੰਨਵਾਦ ਕਰਾਂ ਉਸ ਦਾ। ਜੇ ਸੰਸਾਰ 'ਚ ਤੇ ਬਾਅਦ ਵਿੱਚ ਆਇਆ, ਪਹਿਲਾਂ ਬੜਾ ਔਖਾ ਸਮਾਂ ਲੰਘਿਆ, ਜਿਸ ਨੇ ਬਚਾ ਕੀਤਾ ਉਸ ਨੂੰ ਤੇ ਨਾ ਕਦੇ ਵਿਸਾਰਾਂ। ਭੁੱਲ ਗਿਆ, ਸਭ ਭੁੱਲ ਗਿਆ। ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਹ ਵਿਚਾਰ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਵਿਨਾਸਨੰ।
ਮੁਖ ਤਲੈ ਪੈਰ ਉਪਰੈ, ਬਸ ਅੰਦੜੋ ਕੁਹਤੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰੇ। ਪਾਤਸ਼ਾਹ ਕਹਿੰਦੇ ਕਿਉਂ ਵਿਸਾਰੀਏ, ਪਰ ਵਿਸਾਰ ਦਿੱਤਾ ਨਾ ਮਨੁੱਖ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਏ। ਮਨੋ ਕਿਉਂ ਵਿਸਾਰੀਏ ਇਹ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਪਰ ਵਿਸਾਰ ਦਿੱਤਾ ਨਾ ਇਸ ਜੀਵ ਨੇ। ਗੁਰੂ ਪਾਤਸ਼ਾਹ ਕਹਿੰਦੇ ਇਹ ਕੁਝ ਇਸ ਮਨੁੱਖ ਦੇ ਨਾਲ ਗੁਜ਼ਰ ਬੀਤਿਆ ਕਿ ਮਿਲ ਮਾਇਆ ਸੁਰਤ ਗਵਾਈ। ਮਾਇਆ ਵਿੱਚ ਮਿਲ ਕੇ, ਮਾਇਆ ਦੀ ਬੁੱਕਲ 'ਚ ਬਹਿ ਕੇ ਪਰਮਾਤਮਾ ਨਾਲ ਜੁੜੀ ਸੁਰਤ ਗਵਾ ਬੈਠਾ। ਪਰਮਾਤਮਾ ਨਾਲ ਜੁੜੀ ਸੁਰਤ ਨੂੰ ਗਵਾ ਬੈਠਾ, ਕਿਉਂਕਿ ਇਹ ਤੇ ਇੱਕ ਇਹ ਜਿਹੜਾ ਸਿਰਾ ਹੈ ਨਾ, ਇੱਕ ਇਹੋ ਜਿਹੀ ਡੋਰ ਹੈ ਜਿਹੜੀ ਇੱਕ, ਜਿਸ ਡੋਰ ਦਾ ਇੱਕ ਸਿਰਾ ਮਨੁੱਖ ਦੇ ਹੱਥ ਵਿੱਚ ਹੈ ਤੇ ਦੂਜਾ ਸਿਰਾ ਉਸ ਨਿਰੰਕਾਰ ਦੇ ਜਾਂ ਉਸ ਸੰਸਾਰ ਦੇ, ਕਿਸੇ ਇੱਕ ਦੇ ਹੱਥ 'ਚ ਹੋ ਸਕਦਾ ਹੈ। ਜਾਂ ਤਾਂ ਭਾਈ ਇਸ ਨਿਰੰਕਾਰ ਨੂੰ ਆਪਣੇ ਜੀਵਨ ਦੀ ਡੋਰ ਥਮਾ ਕੇ ਉਹਦੇ ਆਸਰੇ ਰਹਿ ਸਕਦੇ ਆ, ਤੇ ਜਾਂ ਜੋ ਸੰਸਾਰ ਹੈ, ਸੰਸਾਰ 'ਚ ਮਾਇਆ ਦਾ ਵਰਤਾਵਾ ਹੈ, ਜਾਂ ਉਸ ਨੂੰ ਆਪਣੇ ਜੀਵਨ ਦੀ ਡੋਰ ਸੌਂਪ ਕੇ ਉਸ ਦੇ ਆਸਰੇ ਰਹਿ ਸਕਦੇ ਹਾਂ। ਇਹ ਨਹੀਂ ਹੈ ਜੀ ਉਸ ਇਕੱਲੇ ਇੱਕ ਸਿਰੇ ਨੂੰ, ਕਿਉਂਕਿ ਸਿਰਾ ਤੇ ਇੱਕ ਹੀ ਹੈ ਨਾ, ਇੱਕ ਸਿਰਾ ਤੇ ਅਸੀਂ ਫੜਿਆ ਹੋਇਆ ਹੈ। ਡੋਰੀ ਦਾ ਇੱਕ ਸਿਰਾ ਤੇ ਦੂਜਾ ਕੋਈ ਇੱਕ ਹੀ ਫੜ ਸਕਦਾ ਹੈ ਨਾ। ਜਾਂ ਤੇ ਭਾਈ ਪਰਮਾਤਮਾ ਨੂੰ ਫੜਾ ਲਓ, ਜਾਂ ਕਿਤੇ ਮਾਇਆ ਨੂੰ ਫੜਾ ਲਓ। ਜਿਸ ਦਿਨ ਮਾਇਆ ਨੂੰ ਇਹ ਸਿਰਾ ਸੀ ਫੜਾ ਦਿੱਤਾ ਪਰਮਾਤਮਾ, ਤੇ ਫਿਰ ਨਹੀਂ ਨਾ ਰਹਿ ਗਿਆ। ਉਹਦੇ ਹੱਥੋਂ ਜਿਹੜਾ ਹੈ ਉਹ ਲਿਵ ਟੁੱਟ ਗਈ ਨਾ ਪਰਮਾਤਮਾ ਕੋਲ, ਛੁੱਟ ਗਿਆ ਸਾਨੂੰ ਪਰਮਾਤਮਾ ਦਾ ਪੱਲਾ, ਟੁੱਟ ਗਿਆ ਉਸ ਪਰਮਾਤਮਾ ਦਾ ਆਸਰਾ। ਤੇ ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ ਮਿਲ ਜਿਹੜਾ ਹੈ ਮਿਲ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹੇ ਕਰ ਸਹਿਮਾਣਾ। ਐ ਮੂਰਖ ਮਨਾ ਸੰਸਾਰ 'ਚ ਆਇਆ ਕਿਸ ਗੱਲ ਦਾ ਮਾਣ ਕਰਦਾ ਹੈ, ਕਾਹੇ ਕਰ ਸਹਿਮਾਣਾ। ਮਾਣ ਕਾਹਦਾ ਕਰਦਾ ਹੈ, ਕਾਹਦਾ ਅਹੰਕਾਰ ਕਰਦਾ ਹੈ। ਉੱਠ ਚੱਲਣਾ ਖਸਮੈ ਭਾਣਾ, ਜਿਸ ਦਿਨ ਉਸ ਮਾਲਕ ਖਸਮ ਦਾ ਭਾਣਾ ਹੋਇਆ, ਰਜ਼ਾ ਹੋਈ, ਇਸ ਸੰਸਾਰ ਤੋਂ ਉੱਠ ਕੇ ਚੱਲਣਾ ਪੈ ਜਾਏਗਾ। ਇਸ ਸੰਸਾਰ ਤੋਂ ਉੱਠ ਕੇ ਚੱਲਣਾ ਪੈ ਜਾਏਗਾ। ਸੰਸਾਰ ਦੇ ਵਿੱਚ ਵਸਦੇ ਨਹੀਂ ਰਹਿ ਸਕੀਦਾ। ਜਿਹਦੇ ਨੂੰ ਉਸ ਪਰਮਾਤਮਾ ਦਾ ਭਾਣਾ ਹੋਇਆ, ਰਜ਼ਾ ਹੋਈ। ਚੇਤੇ ਰੱਖਣਾ, ਅਸਾਂ ਮੌਤ ਦੇ ਨਾਮ ਨਾਲ ਸ਼ਬਦ ਜੋੜਦੇ ਜੀ ਭਾਣਾ ਵਰਤ ਗਿਆ ਕਹਿੰਦੇ ਆ। ਕਿਸੇ ਘਰ ਦੇ ਵਿੱਚ ਕਿਸੇ ਜੀਵ ਦੀ ਮੌਤ ਹੋ ਜਾਏ, ਸੀ ਕਹਿੰਦੇ ਜੀ ਭਾਣਾ ਵਰਤ ਗਿਆ। ਬੰਦਾ ਸਮਝ ਜਾਂਦਾ ਜੀ ਹਾਂ ਮੌਤ ਹੋ ਗਈ ਹੈ। ਪਰ ਬਾਣੀ ਨੇ ਸਾਨੂੰ ਇਹ ਵੀ ਕਿਹਾ, ਕਹਿੰਦੇ ਭਾਈ ਕੱਲਾ ਮੌਤ ਵੇਲੇ ਭਾਣਾ ਨਹੀਂ ਵਰਤਿਆ। ਜਦੋਂ ਜਨਮ ਹੋਇਆ ਨਾ ਜੀਵ ਦਾ, ਭਾਣਾ ਤੇ ਉਦੋਂ ਵੀ ਵਰਤਿਆ। ਭਾਣਾ ਸ਼ਬਦ ਇੰਨਾ ਮਾੜਾ ਨਹੀਂ ਹੈ ਜਿੰਨਾ ਮਾੜਾ ਸੀ ਕਰ ਛੱਡਿਆ ਜੀ। ਮੌਤ ਵੇਲੇ ਭਾਣਾ ਸ਼ਬਦ ਉਸ ਸਮਾਂ ਵਰਤੋ ਜੀ, ਭਾਣਾ ਵਰਤ ਗਿਆ ਨਹੀਂ। ਜਿਸ ਵੇਲੇ ਜਨਮ ਹੋਇਆ ਭਾਣਾ ਉਦੋਂ ਵੀ ਵਰਤਿਆ, ਉਹੀ ਭਾਣਾ ਹੈ। ਇਹ ਸਾਂਝਾ ਸ਼ਬਦ ਹੈ ਤੇ ਬੜਾ ਹੀ ਇਹ ਪਿਆਰਾ ਸ਼ਬਦ ਹੈ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਆਨੰਦ ਸਾਹਿਬ ਜੀ ਦੀ ਬਾਣੀ 'ਚ, ਜਾਂ ਤਿਸ ਭਾਣਾ ਤਾਂ ਜੰਮਿਆ। ਜੇ ਉਸ ਪਰਮਾਤਮਾ ਦਾ ਭਾਣਾ ਹੋਇਆ, ਉਸ ਰੱਬ ਦੀ ਰਜ਼ਾ ਹੋਈ, ਮਰਜ਼ੀ ਹੋਈ, ਤਾਂ ਹੀ ਸੰਸਾਰ 'ਚ ਜਨਮ ਲਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਮੂਰਖ ਮਨਾ ਕਾਹੇ ਕਰ ਸਹਿਮਾਣਾ। ਕਾਦੇ ਲਈ ਮਾਣ ਕਰਦਾ, ਕਾਦੇ ਲਈ ਅਹੰਕਾਰ ਕਰਦਾ। ਉੱਠ ਚੱਲਣਾ ਖਸਮੈ ਭਾਣਾ, ਰਹਾਓ ਇਹ ਰਹਾਓ ਦਾ ਬੰਦ ਹੈ। ਜਿਸ ਵੇਲੇ ਪਰਮਾਤਮਾ ਦੀ ਰਜ਼ਾ ਹੋਈ, ਜਿਸ ਵੇਲੇ ਉਸ ਰੱਬ ਦਾ ਹੁਕਮ ਹੋਇਆ, ਇਹ ਸੰਸਾਰ ਤੋਂ ਚੱਲਣਾ ਪੈ ਜਾਏਗਾ, ਨਹੀਂ ਫਿਰ ਰਹਿ ਸਕੀਦਾ। ਤੇ ਫਿਰ ਕਿਸ ਗੱਲ ਨੂੰ ਮਾਣ ਕਰਨਾ, ਕਿਸ ਗੱਲ ਦਾ ਹੰਕਾਰ ਕਰਨਾ।
ਕਿਸ ਗੱਲ ਦਾ ਅਹੰਕਾਰ? ਮਨੁੱਖ ਦਾ ਮਾਣ ਅਹੰਕਾਰ ਸਭ ਤੋਂ ਵੱਧ ਆਪਣੇ ਇਸ ਜੀਵਨ ਦਾ। ਪਰ ਜੀਵਨ ਦੀ ਸੱਚਾਈ ਤੇ ਹੀ ਹੈ ਨਾ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੋ ਠਣਕਾ। ਇਸ ਜੀਵਨ ਦੀ ਸੱਚਾਈ ਤੇ ਇਹੀ ਹੈ ਨਾ ਕਿ ਜਿਹੜਾ ਹੈ ਬੁੱਢੇ ਬਰਨੇ ਤੁਰਨਾ ਭਈਆ ਸਭ ਹੂੰ ਜਮ ਲੈ ਜਈ ਹੈਰੇ। ਮਾਰੇ ਬੁੱਢੇ ਤੁਰਨੇ ਭਈਆ ਸਭ ਹੂੰ ਜਮ ਲੈ ਜਈ ਹੈਰੇ। ਉਸ ਜਮ ਨੂੰ, ਉਸ ਮੌਤ ਨੂੰ ਕਿਸੇ ਦੀ ਲਾਜ ਨਹੀਂ ਹੈ, ਭਾਵੇਂ ਕੋਈ ਜਵਾਨੀ 'ਚ, ਬੁਢੇਪਾ 'ਚ, ਬਚਪਨ 'ਚ। ਜਦੋਂ ਰੱਬ ਦੀ ਰਜ਼ਾ ਹੋਈ ਜਾਣਾ ਪੈ ਜਾਂਦਾ, ਹਰ ਇੱਕ ਨੂੰ ਜਾਣਾ ਪੈ ਜਾਂਦਾ। ਉਸ ਰੱਬ ਦੇ ਸੱਦੇ ਸਾਹਮਣੇ, ਉਸ ਰੱਬ ਦੇ ਹੁਕਮ ਸਾਹਮਣੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਤੇ ਕੇਵਲ ਇਸ ਜਨਮ ਦੀ ਹੀ ਗੱਲ ਨਹੀਂ ਹੈ, ਸਰੀਰ ਦੀ ਹੀ ਗੱਲ ਨਹੀਂ ਹੈ, ਦੁਨੀਆ ਦੀ ਹਰ ਇੱਕ ਸ਼ੈ ਉਹ ਵੀ ਇਸ ਸੰਸਾਰ ਤੋਂ ਜਾਣ ਵਾਲੀ ਹੈ। ਭਾਉ ਹਰ ਇੱਕ ਸ਼ੈ ਨੂੰ ਛੱਡ ਕੇ ਜਾਣਾ ਪੈ ਜਾਂਦਾ, ਹਰ ਇੱਕ ਸ਼ੈ ਜਾਂਦੀ ਹੈ। ਇਹ ਤੇ ਬਾਰ-ਬਾਰ ਸਰੀਰ ਦੀ ਗੱਲ ਤਾਂ ਕੀਤੀ ਹੈ ਬਾਣੀ ਨੇ, ਇਹ ਤੇ ਬਾਰ-ਬਾਰ ਇਸ ਜਨਮ ਦੀ ਮੌਤ ਦੀ ਗੱਲ ਤਾਂ ਗੁਰਬਾਣੀ ਨੇ ਕੀਤੀ ਹੈ, ਕਿਉਂਕਿ ਸਾਰਿਆਂ ਦਾ ਸੰਬੰਧ ਤੇ ਇਸ ਜੀਵਨ ਨਾਲ ਹੀ ਹੈ। ਸਾਰਿਆਂ ਦਾ ਜੋ ਅਟੈਚ ਹੈ, ਸਾਰਿਆਂ ਦਾ ਜੋ ਜੁੜਾਓ ਹੈ, ਲਗਾਓ ਹੈ, ਜੋ ਮਨੁੱਖ ਜੁੜਿਆ ਹੈ ਜਾਂ ਜਿਸ ਦਾ ਸੰਬੰਧ ਹੈ, ਇਹ ਤੇ ਸਭ ਜੀਵਨ ਦੇ ਨਾਲ ਹੀ ਹੈ। ਮਨੁੱਖ ਨੂੰ ਮਾਣ ਪੈਸੇ ਦਾ ਕਦੋਂ ਤੱਕ? ਜਦੋਂ ਤੱਕ ਸਰੀਰ। ਮਨੁੱਖ ਨੂੰ ਅਹੰਕਾਰ ਮਹਿਲ ਮਾੜੀਆਂ ਦਾ, ਕਿਉਂਕਿ ਸਰੀਰ ਹੈ, ਜੀਵਨ ਹੈ। ਕਿਸੇ ਵੀ ਗੱਲ ਦਾ ਅਹੰਕਾਰ ਹੋਵੇ ਪਰ ਜੁੜਿਆ ਤੇ ਮਨੁੱਖ ਜਨਮ ਦੇ ਨਾਲ ਹੀ ਨਾ, ਸਰੀਰ ਨਾਲ ਹੀ ਹੈ। ਸਰੀਰ ਨਾਲ ਜੁੜ ਕੇ ਅਹੰਕਾਰ ਹੈ। ਤੇ ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ, ਕਹਿੰਦੇ ਐ ਮਨਾ ਕਾਹੇ ਕਰ ਸੇ ਮਾਣਾ। ਕਿਉਂ ਮਾਣ ਕਰਦਾ? ਕਿਸ ਗੱਲ ਦਾ ਕਰਦਾ? ਕਿਸੇ ਵੀ ਗੱਲ ਦਾ ਮਾਣ ਕਰਨਾ ਫੱਬਦਾ ਨਹੀਂ ਹੈ, ਕਿਉਂਕਿ ਜਿਸ ਦਿਨ ਸੰਸਾਰ ਤੋਂ ਰੁਖਸਤ ਹੋ ਜਾਵਾਂਗੇ, ਜਿਸ ਦਿਨ ਸੰਸਾਰ ਤੋਂ ਉੱਠ ਕੇ ਜਾਵਾਂਗੇ, ਉਸ ਦਿਨ ਕੋਈ ਅਹੰਕਾਰ ਦੀ ਸ਼ੈ, ਕੋਈ ਅਹੰਕਾਰ ਵਾਲਾ ਪਦਾਰਥ ਤੇਰੇ ਨਾਲ ਨਹੀਂ ਨਿਭਣ ਵਾਲਾ। ਕੋਈ ਅਹੰਕਾਰ ਦਾ ਪਦਾਰਥ, ਕੋਈ ਅਹੰਕਾਰ ਵਾਲਾ ਤੱਤ ਨਾਲ ਨਹੀਂ ਨਿਭਣ ਵਾਲਾ। ਤੇ ਗਾਂ ਗੁਰੂ ਸਾਹਿਬ ਜੀ ਬਚਨ ਕਰ ਰਹੇ ਨੇ, ਗਾਂ ਵਿਸਥਾਰ ਨਾਲ ਸਮਝਾ ਵੀ ਰਹੇ ਹਨ ਕਿ ਤਜ ਸਾਧ ਸਹਿਜ ਸੁਖ ਹੋਈ। ਤਾਂ ਕਰਕੇ ਜੋ ਦੁਨੀਆ ਦੇ ਸਾਧ ਨੇ, ਸਾਧ ਦਾ ਅਰਥ ਹੈ ਸਵਾਦ, ਦੱਦੇ ਨਾਲ ਸਾਧ। ਇੱਕ ਹੁੰਦਾ ਸਾਧ, ਸਾਧ ਦਾ ਅਰਥ ਹੈ ਸੰਤ, ਭਲੇ ਪੁਰਖ, ਤੇ ਸਾਧ ਦਾ ਅਰਥ ਹੁੰਦਾ ਸਵਾਦ, ਦੱਦੇ ਨਾਲ ਸਵਾਦ। ਸਾਧ ਤਜ ਸਾਧ ਸਹਿਜ ਸੁਖ ਹੋਈ। ਇਸ ਵਾਸਤੇ ਇਹ ਮਨੁੱਖ ਜੋ ਦੁਨੀਆ ਦੇ ਸਵਾਦ ਨੇ, ਜੋ ਦੁਨੀਆ ਦੇ ਰਸ ਕਸ ਨੇ, ਇਹਨਾਂ ਨੂੰ ਤਜ ਦੇ, ਇਹਨਾਂ ਨੂੰ ਤਜ ਦੇ, ਇਹਨਾਂ ਦਾ ਤਿਆਗ ਕਰ। ਤਦੋਂ ਹੀ ਸੁਖ ਹੋਈ, ਉਦੋਂ ਹੀ ਸੁਖ ਜੀਵਨ 'ਚ ਹੋਣਗੇ। ਉਦੋਂ ਹੀ ਜੀਵਨ ਦੇ ਵਿੱਚ ਸੁਖ ਹੋਣਗੇ ਜਦੋਂ ਦੁਨੀਆ ਦੇ ਸਵਾਦ ਅਸੀਂ ਤਜ ਦੇਵਾਂਗੇ, ਜਦੋਂ ਦੁਨੀਆ ਦੇ ਸਵਾਦ ਰਸ ਕਸ ਅਸੀਂ ਤਜ ਦਿਆਂਗੇ। ਉਹਨਾਂ ਦੀ ਪਕੜ ਖਤਮ ਹੋ ਜਾਏਗੀ, ਸਮਝੋ ਉਦੋਂ ਹੀ ਸਵਾਦ ਉਸੇ ਦਿਨ ਜੀਵਨ ਦੇ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਣਗੇ। ਉਦੋਂ ਜੀਵਨ 'ਚ ਸੁੱਖ ਦਾ ਪਸਾਰਾ ਹੋ ਜਾਏਗਾ। ਦੁੱਖ ਦਾ ਕਾਰਨ ਮਨੁੱਖ ਦੇ ਜੀਵਨ 'ਚ ਇਹੀ ਹੈ ਨਾ, ਜਿਸ ਸੋਚ ਨਾਲ ਮਨੁੱਖ ਕਹਿੰਦਾ ਜੀ ਇਹ ਕੁਝ ਨਹੀਂ ਹੈ, ਕੁਝ ਨਾ ਹੋਣ ਦਾ ਹੀ ਦੁੱਖ ਹੈ। ਅਸਲ ਦੇ ਵਿੱਚ ਜੀਵਨ ਜਿਹੜਾ ਹੈ, ਜੀਵਨ 'ਚ ਜਿਹੜਾ ਦੁੱਖ ਹੈ ਨਾ, ਉਹ ਹੈ ਹੀ ਹੈ ਕੁਝ ਨਾ ਹੋਣ ਦਾ, ਕਿਸੇ ਚੀਜ਼ ਦੀ ਕਮੀ ਹੋਣੀ। ਮਨੁੱਖ ਨੂੰ ਇਹ ਲੱਗਣਾ ਜੀ ਮੇਰੇ ਕੋਲ ਇਹ ਨਹੀਂ ਹੈ, ਇਹੀ ਦੁੱਖ ਹੈ। ਉਹ ਕਮੀ ਮਨੁੱਖ ਦੀ ਸੋਚ ਮੁਤਾਬਕ ਕੁਝ ਵੀ ਹੋ ਸਕਦੀ ਹੈ। ਉਹ ਧਨ ਵੀ ਹੋ ਸਕਦਾ ਹੈ, ਪਦਾਰਥ ਹੋ ਸਕਦੇ ਨੇ, ਮਹਿਲ ਮਾੜੀਆਂ ਹੋ ਸਕਦੀ ਹੈ, ਸੋਹਣੇ ਕੱਪੜੇ ਹੋ ਸਕਦੇ ਨੇ, ਚੰਗੀ ਗੱਡੀ ਹੋ ਸਕਦੀ ਹੈ, ਕੋਈ ਸਾਥੀ ਹੋ ਸਕਦਾ ਹੈ, ਕੋਈ ਹੋ ਸਕਦਾ ਹੈ। ਜਿਸ ਮਨੁੱਖ ਨੂੰ ਲੱਗਦਾ ਜੀ ਕਮੀ ਹੈ, ਇਹ ਕੁਝ ਹੋਣਾ ਚਾਹੀਦਾ ਹੈ, ਤੇ ਹੈ ਨਹੀਂ, ਬਸ ਉਸ ਦਾ ਹੀ ਦੁੱਖ ਹੈ। ਤੇ ਕਲਿਕ ਪਦਾਰਥ ਦਾ ਵੀ ਦੁੱਖ ਨਹੀਂ ਹੈ। ਕਈਆਂ ਤੇ ਸਾਰੇ ਦੁੱਖ, ਬੜੇ ਦੁੱਖ ਹੁੰਦੇ ਨੇ, ਭਾਈ ਮੇਰੇ ਕੋਲ ਤੇ ਸੋਹਣੇ ਕੱਪੜੇ ਨਹੀਂ, ਚੰਗਾ ਘਰ ਵੀ ਨਹੀਂ, ਚੰਗੀ ਗੱਡੀ ਵੀ ਨਹੀਂ, ਕੋਈ ਜਿਹੜਾ ਹੈ ਹੋਰ ਸ਼ੈ ਵੀ ਨਹੀਂ।
ਜਿੰਨੀਆਂ ਜ਼ਿਆਦਾ ਜੀਵਨ ਦੇ ਵਿੱਚ ਕਮੀਆਂ ਮਹਿਸੂਸ ਹੁੰਦੀਆਂ ਨੇ, ਜਿੰਨੀਆਂ ਕਮੀਆਂ ਜੀਵਨ 'ਚ ਮਹਿਸੂਸ ਹੁੰਦੀਆਂ ਨੇ, ਲੱਗਦਾ ਜੀ ਮੇਰੇ ਕੋਲ ਇਹ ਕੁਝ ਨਹੀਂ ਹੈ, ਸਮਝੋ ਮਨੁੱਖ ਦਾ ਜੀਵਨ ਉਨਾ ਕੁ ਜ਼ਿਆਦਾ ਦੁਖੀ ਹੋਏਗਾ। ਦੁੱਖ ਦਾ ਕਾਰਨ ਹੀ ਇਹ ਹੈ ਕਿ ਜੀ ਇਹ ਕੁਝ ਮੇਰੇ ਕੋਲ ਨਹੀਂ ਹੈ, ਕਿਉਂਕਿ ਉਸ ਦੀ ਚਾਹਨਾ ਹੈ, ਉਹਦਾ ਸਵਾਦ ਹੈ, ਮਨੁੱਖ ਨੂੰ ਉਹਦਾ ਰਸ ਹੈ। ਇੱਕ ਚੰਗੇ ਸੋਹਣੇ ਕੱਪੜੇ ਪਾਉਣ ਦਾ, ਬ੍ਰਾਂਡਡ ਕੱਪੜੇ ਪਾਉਣ ਦਾ, ਇਹ ਵੀ ਇੱਕ ਸਵਾਦ ਹੈ ਨਾ। ਬਈ ਚੰਗੇ ਇੱਕ ਭੋਜਨ ਛਕਣ ਦਾ ਇਹ ਵੀ ਇੱਕ ਸਵਾਦ ਹੀ ਹੈ ਨਾ। ਹੁਣ ਜੋ ਢਿੱਡ ਹੈ ਉਹ ਤੇ ਸਾਦਾ ਜਿਹਾ ਭੋਜਨ ਕਰਕੇ ਵੀ ਭਰ ਜਾਂਦਾ ਹੈ। ਜ਼ਰੂਰਤ ਹੈ ਅੰਨ ਦੀ, ਜ਼ਰੂਰਤ ਹੈ, ਲੋੜ ਹੈ ਭੋਜਨ ਦੀ, ਪਰ ਉਹਦੇ ਵਿੱਚੋਂ ਵਰਾਇਟੀਆਂ, ਉਹਦੇ ਵਿੱਚੋਂ ਵੰਡੀਆਂ ਜਾਂ ਚੌਣ ਜੀ ਨਹੀਂ, ਇਹ ਨਹੀਂ, ਉਹ ਚਾਹੀਦਾ, ਤੇ ਜੇ ਉਹ ਨਹੀਂ ਹੈ ਤੇ ਫਿਰ ਦੁੱਖ ਹੈ। ਜੇ ਭੋਜਨ ਨਹੀਂ ਹੈ ਤੇ ਦੁੱਖ ਹੈ, ਤੇ ਗੱਲ ਸਮਝ ਆਉਂਦੀ ਹੈ। ਜੇ ਖਾਣ ਨੂੰ ਭੋਜਨ ਨਹੀਂ ਹੈ, ਪਰ ਖਾਣ ਨੂੰ ਭੋਜਨ ਹੈ, ਪਰ ਨਹੀਂ, ਇਹ ਨਹੀਂ ਜੀ, ਉਹ ਵਾਲਾ ਭੋਜਨ ਨਹੀਂ ਹੈ, ਫਿਰ ਦੁੱਖ ਹੈ। ਤੇ ਉਹ ਗੱਲ ਸਮਝ ਤੋਂ ਫਿਰ ਬਾਹਰ ਹੈ। ਮਨੁੱਖ ਦੇ ਤਨ ਤੇ ਕੱਪੜਾ ਨਹੀਂ ਹੈ, ਮਨੁੱਖ ਦੁੱਖ ਦਾ ਅਹਿਸਾਸ ਕਰ ਰਿਹਾ ਹੈ, ਜਾਂ ਕਹਿ ਲਓ ਜ਼ਰੂਰਤ ਹੈ, ਤੇ ਉਸ ਦੀ ਜ਼ਰੂਰਤ ਸਮਝ ਵਿੱਚ ਆਉਂਦੀ ਹੈ, ਪਰ ਮਨੁੱਖ ਕਹਿੰਦਾ ਨਾ ਜੀ ਇਹ ਨਹੀਂ, ਮੈਨੂੰ ਉਸ ਬ੍ਰਾਂਡ ਦੇ ਕੱਪੜੇ ਚਾਹੀਦੇ ਨੇ, ਉਹ ਮੇਰੇ ਕੋਲ ਨਹੀਂ ਹਨ, ਇਸ ਗੱਲ ਦਾ ਦੁੱਖ ਹੈ। ਇਹ ਤੇ ਫਿਰ ਸਵਾਦ ਹੋ ਗਿਆ ਨਾ, ਇਹੀ ਸਵਾਦ ਹੈ, ਇਹੀ ਰਸ ਕਸ ਹੈ। ਜਿੰਨੇ ਜੀਵਨ ਦੇ ਵਿੱਚ ਰਸ ਕਸ ਘੱਟ ਹੋਣਗੇ, ਓਨਾ ਹੀ ਜੀਵਨ ਦੇ ਵਿੱਚ ਸੁੱਖ ਵੱਧ ਹੋਏਗਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਤਜ ਸਾਧ, ਜੋ ਸਵਾਦ ਨੇ ਉਹਨਾਂ ਦਾ ਤਿਆਗ ਕਰ। ਜਿਹੜੇ ਸਵਾਦ ਨੇ, ਜੋ ਰਸ ਕਸ ਨੇ, ਉਹਨਾਂ ਦਾ ਤਿਆਗ ਕਰ, ਸੁੱਖ ਮਿਲਣਗੇ। ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ। ਦੇਖੋ ਜਿਹੜੀਆਂ ਖੁਆਇਸ਼ਾਂ ਨੇ ਨਾ, ਜਿਹੜੀਆਂ ਖੁਆਇਸ਼ਾਂ ਨੇ, ਤੇ ਦੂਜੇ ਪਾਸੇ ਜ਼ਰੂਰਤਾਂ ਨੇ। ਜ਼ਰੂਰਤ ਇੱਕ ਫਕੀਰ ਦੀ ਵੀ ਪੂਰੀ ਹੋ ਜਾਂਦੀ ਹੈ। ਜਿਹੜੀਆਂ ਜ਼ਰੂਰਤਾਂ ਨੇ ਉਹ ਇੱਕ ਫਕੀਰ ਮਨੁੱਖ ਦੀ, ਉਹਦੀ ਵੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ। ਪਰ ਜੋ ਖੁਆਇਸ਼ਾਂ ਨੇ ਨਾ, ਉਹ ਇੱਕ ਬਾਦਸ਼ਾਹ ਦੀ ਵੀ ਪੂਰੀ ਨਹੀਂ ਹੁੰਦੀ। ਜਿਹਦੇ ਕੋਲ ਸਭ ਕੁਝ ਹੈ, ਜਿਹਦੇ ਕੋਲ ਕਿੰਨੇ ਧਨ ਦੇ ਪਦਾਰਥ ਨੇ, ਭੰਡਾਰੇ ਨੇ, ਪਰ ਜੇ ਖੁਆਇਸ਼ਾਂ ਉਸ ਦੇ ਕੋਲ ਹਨ ਤੇ ਖੁਆਇਸ਼ਾਂ ਫਿਰ ਵੀ ਪੂਰੀ ਨਹੀਂ ਹੁੰਦੀ। ਜ਼ਰੂਰਤ ਦੀ ਗੱਲ ਹੈ, ਜ਼ਰੂਰਤ ਇੱਕ ਆਮ ਬੰਦੇ ਦੀ ਵੀ ਪੂਰੀ ਹੋ ਜਾਂਦੀ ਹੈ। ਅਸੀਂ ਖੁਆਇਸ਼ਾਂ ਵਿੱਚ ਰਹਿਣਾ ਜਾਂ ਜ਼ਰੂਰਤਾਂ ਵਿੱਚ ਰਹਿਣਾ, ਇਹ ਸਾਡੀ ਮਰਜ਼ੀ ਹੈ। ਜੇ ਖੁਆਇਸ਼ਾਂ ਵਿੱਚ ਰਵਾਂਗੇ ਤੇ ਦੁੱਖ ਵਿੱਚ, ਜੇ ਜ਼ਰੂਰਤਾਂ ਦੀ ਪੂਰਤੀ ਕਰਾਂਗੇ ਤੇ ਸੁੱਖ ਹੈ। ਕਿਉਂਕਿ ਜ਼ਰੂਰਤ ਤੇ ਪੂਰੀ ਹੋ ਸਕਦੀ, ਹਰ ਇੱਕ ਦੀ ਪੂਰੀ ਹੋ ਜਾਂਦੀ, ਹਰ ਇੱਕ ਦੀ ਪੂਰੀ ਹੋ ਜਾਂਦੀ ਹੈ। ਕਿੰਨਾ ਕੁ ਜ਼ਰੂਰਤ ਹੈ, ਕਿੰਨੀ ਕੁ ਜ਼ਰੂਰਤ ਹੈ। ਦਾਲ सीधा मांगो कीओ, हमरा खुशी करे नित जियो। भगत कबीर जी भी कहते, दो शेर मांगो तेरा चूना, दो शेर मांगो दाले, मोको दोनों वक्त जिवाले। खाट मांगो चौपाई, सिरहाना अवर तुलाई। ऊपर को मांगो थींधा, तेरी भगत करे जन थींधा। ये जरूरत है मनुख दी, मनुख की जरूरत है। दो शेर मांगो चूना, जिहड़ा है दो शेर मांगो दाल। एक दो शेर आधा किलो ला लो, कहते पाइया दाल ਜਾਂ ਅੱਧਾ किलो दाल, पाइया दाल बनाई कल्ले बंदे नूं 2 टाइम खा सकदा है। थोड़ा जाटा चाहिए, लूण आदक मिर्च आदक चाहिए, एक मंजा चाहिए, उपर तराई रहनू चाहिए है, चादर चाहिए है। यही कुछ जरूरतां ने, सिर ते छत चाहिए है। ते जरूरतां ते मनुख दियां पूरियां हो सकदियां ने, पर जो ख्वाहिशां ने वो पूरियां नहीं हो सकदियां। बादशाह भी नहीं कर सकदा अपनियां ख्वाहिशां पूरियां। ते गुरु साहब जी तां कहंदे भई तज साध, जो स्वाद ने, रस कस ने, सहज सतज साध, सहज सुख होई। उदों ही सहज ते सुख की प्राप्ति होएगी
घर छड्डणे रह ना कोई, घर छड्डने। हर एक मनुख नूं इह संसार छड़ के जाना पएगा, रह ना कोई। इस संसार च फिर कोई नहीं रह सकिया। किश खाजै किश धर जाइए, जे बाहुड़ दुनिया ही है। ये बड़े कमाल दे बचन ने, बड़ी सरल सिक्ख्या है। वो सिक्ख्या जिसनों जानदा हर मनुख है पर मनदा कोई नहीं। जिसनों जानदा हर एक मनुख है पर मनदा कोई नहीं। पातशाह कहण लगे किश खाजै किश धर जाइए, जे बाहुड़ दुनिया ही है। मनुख का सुभाव की है? मनुख का सुभाव ये है कि भाई जो मैं कमाइयां करदा पिया ना, मैं मान लो लाख रुपये महीने दे, जे कह लो 10,000 रुपये महीने दे बंदा कमा रहा है, वो सोचता बई घट तो घट गुजारा करा, खर्चे भी जरूरतां जिहां ने वो भी मैं घट करा। मैं 2,000 रुपये खर्च करा तो जिहड़े 8,000 रुपये ने बचावां। ते बचाना की है जी? बैलेंस वधावां अपना, अकाउंट दे विच जो पैसा जमा करदे जावां। अज दा ते यही तरीका है। पहलां ते लोकी गड धरती च नप नप के रखदे सी, लुका के रखदे सी, कोई देख ना लवे। अपनिਆਂ ਤੋਂ, अपने भरावां ਤੋਂ, अपने ਧੀਆਂ पुत्रां ਤੋਂ किसी ਨੂੰ नहीं सी दसदा। ये जो संचण की भावना, इकट्ठा करने की भावना है मनुख की, ये अज दी नहीं है, पहलां तो है। ते गुरु साहब जी कहण लगे किश खाजै किश धर जाइए। मनुख का जिहड़ा बहुता जोर है ना, वो खाण दे विच नहीं है। मनुख का बहुता जोर लग्या होया है संचण दे विच। मनुख का जो बहुता जोर है, जो बहुती इसकी दौड़ भज है ना, वो खाण दे विच नहीं है जी। खाण दे खर्च जिहड़ा है, खाण नूं कुछ नहीं मिल रहा, खर्चे पूरे नहीं हो रहे, इस वास्ते दौड़ भज नहीं है। संचण वास्ते दौड़ भज है। वध तो वध मैं जमा करा, वध तो वध मैं बैलेंस बनावा, वध तो वध पैसा मेरे कोल होवे। दौड़ भज है, दिन रात ही दौड़ भज मनु कर रहे। खर्चों वास्ते नहीं कि जी मेहनत ज़्यादा करनी पएगी, खर्चे वध ने पूरे नहीं पै रहे, इस वास्ते नहीं है। संचण वास्ते। सियाणे बैठे हो, समझते होंगे। उस ही गल नूं गुरु साहब जी कह रहे ने, भलिया किश खाजै किश तू खांदा है। कुछ खा लिया, गल समझ आ गई। भलो खा लिया, भुंचिया है, अपने अंतर गया, अपने शरीर ते, अपने ते, अपने परिवार ते, अपने आप ते जां अपने वास्ते जूझ कर लिया ना। पर जो अगां किश धर जाइए, उस तो बाद बंदा धर के चलिया जाता है, इकट्ठा करके चलिया जाता है। ते इकट्ठा करके जो गया है, जो बैलेंस बना के गया, वो किस वास्ते बना के गया? जो धरती च नप नप के रख दिता, लोकां चों लुका लुका के रख दिता। अज दे समय च भी कोई वड्डी गल नहीं है। किन्ने क थां ते कई पदार्थ, कई सोना चांदी पदार्थ, हीरे जवाहर मिलते ने ना, अज भी कीमती पदार्थ मिलते ने ना। धरती तो निकले ने, कोई खूफिया जगह उत्थों निकले ने, किसी ने रखे ही होणगे। पर जो मनुख इस संचण की भावना है, जो संच के जा रहे, इकट्ठा करके जा रहे, भावें बैंक दे विच ही पिया होया, करोड़ां अरबां रुपया पिया किसी का, किस वास्ते है? पातशाह कहण लगे किस वास्ते तर के जा रहा है? तर के तां जावे जे बाहुड़ दुनिया आई है, जे दोबारा संसार च आना होवे। कि दोबारा संसार च आवांगे कि जी हाँ असीं पहलां कमाइयां बहुत कर लईआं ने, हुण चलो चलदे हैं संसार च जो कमाया होया, इकट्ठा कीता होया, असां उसनूं पहुंचांगे, आराम नाल बैठ के खावांगे, कोई परेशानी नहीं होएगी। जे ते बई ये निजम रब दा, कुदरत दा होवे, फिर ते गल समझ आंदी है। फिर ते गल समझ आंदी है ना कि चलो खा लिया, जो बच गया गां दोबारा आवांगे, फिर पहुंच लवांगे, सौखा हो जाएगा जीवन। पर इत्ते जानते हैं ना असी सारे, असी ते सारे जानते ना इस गल नूं। इस पौड़ी ते जो नर चुका है, बहुत जिहड़ा है इस पौड़ी ते जो नर चुका है, आए जाए दुख पाएगा। इत्ते जानते हैं ना, कई जन्म कई पीट कीट पतंगा, कई जन्म गजमीन कुरंगा।
ਹੁਣ ਸਰੀਰ ਮਿਲਿਆ, ਪਤਾ ਨਹੀਂ ਦੁਬਾਰਾ ਮਿਲੇ ਵੀ ਜਾਂ ਨਾ ਵੀ ਮਿਲੇ। ਕਰੋੜਾਂ ਸਾਲਾਂ ਤੋਂ ਬਾਅਦ ਮਿਲ ਵੀ ਗਿਆ ਤੇ ਫਿਰ ਕਿਹੜਾ ਕੋਈ ਉਸੇ ਸਥਾਨ ਤੇ ਆਵਾਂਗੇ, ਕਿਹੜੀ ਉਹ ਜਗ੍ਹਾ ਉੱਥੇ ਰਹੇਗੀ, ਕਿਹੜਾ ਕੋਈ ਧਨ ਜੋ ਜੋੜ ਕੇ ਗਏ ਆ ਉਹ ਸਾਨੂੰ ਮਿਲੇਗਾ, ਨਹੀਂ ਨਾ ਮਿਲ ਸਕਦਾ। ਤੇ ਜੋ ਸੰਚਣ ਦੀ ਭਾਵਨਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਭਾਵਨਾ ਮਨੁੱਖ ਦੇ ਅੰਤਰ ਪ੍ਰਬਲ ਹੈ। ਪਰ ਕਿਉਂ ਹੈ? ਕਿਉਂਕਿ ਦੌੜ ਭੱਜ ਦੇ ਵਿੱਚ, ਸੰਚਣ ਦੇ ਵਿੱਚ ਪਾਤਸ਼ਾਹ ਨਹੀਂ ਕਹਿੰਦੇ ਭਈ ਧਨ ਨਾ ਕਮਾ, ਜ਼ਰੂਰੀ ਹੈ, ਜ਼ਰੂਰਤ ਹੈ, ਪਰ ਧਨ ਕਮਾਉਣ ਪਿੱਛੇ, ਸੰਚਣ ਦੇ ਪਿੱਛੇ ਨਾ ਪਰਮਾਤਮਾ ਦੀ ਭਗਤੀ ਕੀਤੀ, ਇੱਥੋਂ ਤੱਕ ਨਾ ਦੁਨੀਆ ਹੀ ਸੰਭਾਲੀ। ਪਰਿਵਾਰ ਦੇ ਕੋਲ ਵੀ 2 ਮਿੰਟ ਬਹਿ ਕੇ ਗੱਲ ਕਰਨ ਦਾ ਸਮਾਂ ਨਹੀਂ ਜੀ, ਪਰਿਵਾਰ ਦੇ ਸੁੱਖ ਦੁੱਖ ਦੇ ਵਿੱਚ ਸਾਥੀ ਬਣਨ ਦਾ ਸਮਾਂ ਨਹੀਂ। ਇੰਨੀ ਦੌੜ ਭੱਜ, ਇੰਨੀ ਦੌੜ ਭੱਜ, ਤੇ ਇੰਨੀ ਦੌੜ ਭੱਜ, ਇੰਨੇ ਕੁ ਪਦਾਰਥਾਂ ਨੂੰ ਸੰਚਣਾ ਉਹ ਕਿਸ ਵਾਸਤੇ ਹੈ? ਤੇ ਜੇ ਇੱਥੇ ਇੱਕ ਦਲੀਲ ਕੋਈ ਸ਼ਾਇਦ ਦਵੇ ਕਿ ਜੀ ਅਸੀਂ ਆਪਣੇ ਬੱਚਿਆਂ ਵਾਸਤੇ ਕਰਕੇ ਜਾ ਰਹੇ ਹਾਂ, ਇਹੀ ਜਵਾਬ ਹੁੰਦਾ ਸਾਰਿਆਂ ਦਾ, ਇਹੀ ਜਵਾਬ ਹੁੰਦਾ ਜੀ ਕੋਈ ਨਹੀਂ, ਅਸੀਂ ਕੁਝ ਧਰ ਕੇ ਜਮਾ ਕਰਕੇ ਜਾਵਾਂਗੇ ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਇਹੀ ਜਵਾਬ ਹੁੰਦਾ ਹੈ। ਤੇ ਹੋਰ ਮਾੜੀ ਗੱਲ ਹੋ ਗਈ। ਕਿਉਂ? ਪਹਿਲੀ ਗੱਲ ਇਹ ਕਿ ਸਾਨੂੰ ਆਪਣੇ ਬੱਚਿਆਂ ਤੇ ਭਰੋਸਾ ਹੀ ਨਹੀਂ ਰਿਹਾ ਕਿ ਬਈ ਜੋ ਧਨ ਅਸੀਂ ਕਮਾਇਆ, ਸਾਡੀ ਪਰਵਰਿਸ਼, ਸਾਡੀ ਪਾਲਣਾ ਇਸ ਕਾਬਿਲ ਨਹੀਂ ਹੈ ਕਿ ਉਹ ਅਗਾਂਹ ਆਪਣਾ ਢਿੱਡ ਭਰ ਸਕਣ, ਜਾਣੀ ਕਿ ਸਾਸਾਂ ਇਹੋ ਜਿਹੀ ਪਾਲਣਾ ਉਹਨਾਂ ਦੀ ਕਰ ਹੀ ਨਹੀਂ ਸਕੇ। ਇਹਦਾ ਮਤਲਬ ਸਾਡੀ ਜੋ ਪਾਲਣਾ ਹੈ, ਜੋ ਸਾਡਾ ਫਰਜ਼ ਹੈ, ਉਸ ਫਰਜ਼ ਤੋਂ ਅਸੀਂ ਚੁੱਕ ਗਏ, ਉਹ ਫਰਜ਼ ਅਸੀਂ ਨਹੀਂ ਨਿਭਾ ਸਕੇ। ਇਹਦਾ ਮਤਲਬ ਅਸੀਂ ਉਹ ਫਰਜ਼ ਨਹੀਂ ਨਿਭਾ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਜੋਗਾ ਬਣਾ ਸਕੀਏ ਭਾਈ, ਜ਼ਿਆਦਾ ਨਹੀਂ ਤੇ ਘੱਟੋ ਘੱਟ 2 ਟਾਈਮ ਦਾ ਜਿਹੜਾ ਪ੍ਰਸ਼ਾਦ ਹੈ ਆਪਣੀ ਮਿਹਨਤ ਦੀ ਕਮਾਈ ਕਰਕੇ ਖਾ ਸਕਦਾ ਹੋਵੇ, ਇਸ ਕਾਬਲ ਅਸੀਂ ਬਣਾਇਆ ਹੀ ਨਹੀਂ ਆਪਣੇ ਬੱਚਿਆਂ ਨੂੰ। ਉਹਨਾਂ ਦੀ ਚਿੰਤਾ ਤਾਂ ਹੋਵੇ ਨਾ ਜੋ ਕਿਸੇ ਕਾਬਿਲ ਹੈ ਹੀ ਨਹੀਂ, ਅਸੀਂ ਉਹਨਾਂ ਵਾਸਤੇ ਜੋੜ ਕੇ ਜਾ ਰਹੇ ਹਾਂ। ਜੇ ਭਲਿਆ ਤੂੰ ਕਮਾਇਆ ਨਾ ਤੇ ਉਹ ਵੀ ਕਮਾ ਸਕਦੇ ਨੇ, ਜੋ ਤੂੰ ਕਮਾਇਆ ਹੈ ਤੇ ਜੋ ਸੰਚਿਆ ਹੈ ਨਾ, ਉਹ ਸੰਚਣ ਦੀ ਲੋੜ ਨਹੀਂ ਹੈ, ਬਲਕਿ ਆਪਣੇ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਵਿੱਚ ਲਾਉਣ ਦੀ ਲੋੜ ਹੈ। ਉਹਨਾਂ ਦੇ ਵਿੱਚ ਉਹ ਸਮਝ, ਉਹਨਾਂ ਦੇ ਵਿੱਚ ਉਹ ਜਿਹੜੀ ਕਾਬਲੀਅਤ ਹੈ, ਉਹਦੇ ਵਾਸਤੇ ਉਦਮ ਕਰਨ ਦੀ ਜ਼ਰੂਰਤ ਹੈ, ਜੋ ਕਿ ਅਸਾਂ ਉਸ ਵੱਲ ਧਿਆਨ ਨਹੀਂ ਦਿੰਦੇ, ਜੋ ਕਿ ਸਾਡੀ ਨਜ਼ਰਾਂ ਤੋਂ ਉਹ ਵਿਚਾਰ ਓਹਲੇ ਰਹਿ ਜਾਂਦੇ ਹੈ। ਅਸੀਂ ਸੋਚਦੇ ਹਾਂ ਬਸ ਅਸੀਂ ਮਿਹਨਤ ਬਹੁਤੀ ਕਰ ਲਈਏ, ਸਾਡੇ ਬੱਚਿਆਂ ਨੂੰ ਕੁਝ ਨਾ ਕਰਨਾ ਪਏ, ਉਹ ਆਰਾਮ ਨਾਲ ਖਾ ਲੈਣ। ਪਰ ਦੂਜੀ ਸੱਚਾਈ ਇਹ ਵੀ ਹੈ, ਜਿੰਨਾ ਮਰਜ਼ੀ ਅਸੀਂ ਕਮਾ ਕੇ ਚਲੇ ਜਾਈਏ, ਪਰ ਜੇ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰ ਬੱਚਿਆਂ ਨੂੰ ਸਮਝ ਨਹੀਂ ਹੋਵੇਗੀ, ਕਾਬਲੀਅਤ ਨਹੀਂ ਹੋਵੇਗੀ, ਸੋਝੀ ਨਹੀਂ ਹੋਵੇਗੀ, ਆਪਣੇ ਫਰਜ਼ਾਂ ਨੂੰ ਅਸੀਂ ਪੂਰੇ ਤਰੀਕੇ, ਸਹੀ ਤਰੀਕੇ ਨਹੀਂ ਨਿਭਾ ਸਕੇ, ਤੇ ਜਿੰਨੇ ਮਰਜ਼ੀ ਧਨ ਦੇ ਅੰਬਾਰ ਲਾ ਕੇ ਉਹਨਾਂ ਨੂੰ ਸੌਂਪ ਦਿਓ, ਉਹਨਾਂ ਨੇ ਉਹਨਾਂ ਨੂੰ ਵੀ ਖੱਜਲ ਖੁਆਰੀ ਕਰ ਦੇਣਾ, ਉਹਨਾਂ ਨੂੰ ਉਸਨਾਂ ਨੇ ਜਿਹੜਾ ਹੈ ਖਤਮ ਕਰ ਦੇਣਾ, ਨਾਸ਼ ਕਰ ਦੇਣਾ। ਉਦੋਂ ਕੀ ਕਰੋਗੇ? ਜੇ ਮਨੁੱਖ ਦੇ ਕੋਲ ਕਾਬਲੀਅਤ ਹੋਏਗੀ, ਪਦਾਰਥ ਇਕੱਠੇ ਕਰ ਸਕਣਗੇ, ਕੋਈ ਕਰ ਸਕਦਾ, ਪਰ ਜੇ ਮਨੁੱਖ ਦੇ ਕੋਲ ਸਮਝ ਨਹੀਂ, ਸੋਝੀ ਨਹੀਂ, ਕਾਬਲੀਅਤ ਨਹੀਂ ਹੈ, ਤੇ ਜਿੰਨਾ ਮਰਜ਼ੀ ਤਨ ਦੇ ਦਿਓ ਉਸਨੇ ਉਹ ਤਬਾਹੀ ਕਰ ਦੇਣਾ, ਨਹੀਂ ਸਾਂਭਿਆ ਜਾਣਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਕਿਛ ਖਾਜੈ ਕਿਛ ਧਰ ਜਾਈਐ, ਜੇ ਬਾਹੁੜ ਦੁਨੀਆ ਆਈਐ, ਸੱਜ ਕਾਇਆ ਪਟ ਹੰਡਾਏ। ਆਪਣੇ ਸਰੀਰ ਤੇ ਰੇਸ਼ਮ ਆਦਿਕ ਦੇ ਕੱਪੜੇ, ਮਹਿੰਗੇ ਕੱਪੜੇ ਬੰਦਾ ਹੰਡਾਉਂਦਾ ਹੈ, ਪਾਉਂਦਾ ਹੈ, ਫਰਮਾਇਸ਼ ਬਹੁਤ ਚਲਾਏ, ਹੁਕਮ ਬੜੇ ਚਲਾਉਂਦਾ ਹੈ, ਬੜੇ ਹੁਕਮ ਚਲਾਉਂਦਾ ਹੈ। ਸੰਸਾਰ 'ਚ ਰਹਿੰਦੇ ਆ, ਕਰ ਸੇਜ ਸੁਖਾਲੀ ਸੋਵੈ, ਸੋਹਣੀਆਂ ਸੇਜਾਂ ਮਾਣਦਾ ਹੈ, ਸੋਹਣੀਆਂ ਸੇਜਾਂ ਦਾ ਮਾਣ ਜਿਹੜਾ ਹੈ ਸੁਖ ਮਾਣਦਾ ਹੈ। ਹੱਥੀ ਪਾਉਂਦੀ ਕਾਹੇ ਰੋਵੈ, ਹੱਥੀ ਪਾਉਂਦੀ ਜਦੋਂ ਹੱਥ ਪੈਂਦੇ ਹਨ ਕਿਸ ਦੇ? ਉਸ ਜੰਮ ਦੇ। ਤੇ ਭਲਿਆ ਜਦੋਂ ਹੱਥ ਪੈਂਦੇ ਨੇ ਉਸ ਜੰਮ ਦੇ, ਕਾਹੇ ਰੋਵੈ, ਫਿਰ ਉਸ ਵੇਲੇ ਕਿਉਂ ਰੋਂਦਾ ਹੈ?
ਉਸ ਵੇਲੇ ਰੋਣ ਦਾ ਹੱਕ ਤੇ ਤੂੰ ਗਵਾ ਲਿਆ ਨਾ। ਕਿਉਂ ਰੋਂਦਾ ਉਸ ਵੇਲੇ, ਕਿਉਂ ਕੁਰਲਾਉਂਦਾ? ਕਿਉਂਕਿ ਸਾਰਾ ਜੀਵਨ ਤੇ ਤੂੰ ਦੇਵਲ ਦੁਨੀਆ ਵਾਸਤੇ ਗਵਾ ਲਿਆ, ਦੀਨ ਵਾਸਤੇ ਕੋਈ ਯਤਨ ਨਾ ਕੀਤਾ, ਤੇ ਹੁਣ ਦੁਨੀਆ ਤੇ ਨਾ ਨਹੀਂ ਨਾ ਚੱਲ ਸਕਦੀ। ਕਬੀਰ ਜੀ ਦਾ ਬਚਨ ਬੜਾ ਪਿਆਰਾ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਭਾਈ ਦੁਨੀਆ ਦੇ ਖਾਤਰ ਦੀਨ ਗਵਾ ਲਿਆ, ਪਰ ਦੁਨੀਆ ਹੁਣ ਨਾਲ ਨਹੀਂ ਚੱਲਦੀ ਪਈ, ਉਦੋਂ ਫਿਰ ਆਉਂਦਾ ਹੈ। ਰੱਬ ਦੀ ਭਗਤੀ ਕੀਤੀ ਨਹੀਂ, ਜਮ ਤੋਂ ਛੁਟਕਾਰਾ ਹੋ ਸਕਦਾ ਸੀ, ਪਰ ਹੁਣ ਜਦੋਂ ਜਮ ਆ ਕੇ ਫੜਦਾ ਹੈ, ਉਹਦੇ ਹੱਥ ਜਮਦੇ, ਜਦੋਂ ਜਮ ਹੱਥ ਪਾਉਂਦਾ ਉਦੋਂ ਫਿਰ ਆਉਂਦਾ ਹੈ। ਤੇ ਹੁਣ ਤੇ ਰੋਣ ਦਾ ਅਸੀਂ ਹੱਕ ਗਵਾ ਬੈਠੇ, ਅਸੀਂ ਰੋਣ ਦਾ ਸਾਨੂੰ ਹੱਕ ਨਹੀਂ ਰਹਿ ਗਿਆ। ਕਿਉਂਕਿ ਇਸ ਰੋਣ ਨੂੰ ਅਸੀਂ ਦੂਰ, ਜਿਹੜਾ ਇਹ ਰੋਣਾ ਪਛਤਾਉਣਾ ਸੀ, ਕੁਰਲਾਣਾ ਸੀ, ਇਹ ਤੋਂ ਬਚਿਆ ਜਾ ਸਕਦਾ ਸੀ, ਪਰ ਉਸ ਵਾਸਤੇ ਯਤਨ ਨਹੀਂ ਕੀਤੇ। ਤੇ ਗੁਰੂ ਸਾਹਿਬ ਜੀ ਕਹਿੰਦੇ, ਹਾਥੀ ਪਾਉਂਦੀ ਕਾਹੇ ਰੋਵੈ, ਘਰ ਘੁੰਮਣ ਵਾਣੀ ਭਾਈ, ਮਨੁੱਖ ਨੇ ਘਰ ਨੂੰ, ਸੰਸਾਰ ਨੂੰ ਇਹ ਘੁੰਮਣ ਵਾਣੀ ਦੀ ਤਰ੍ਹਾਂ ਬਣਾ ਲਿਆ। ਪਾਪ ਪੱਥਰ ਤਣ ਨਾ ਜਾਈ, ਤੇ ਮਨੁੱਖ ਦੇ ਵੱਲੋਂ ਕੀਤੇ ਜਾਣ ਵਾਲੇ ਜੋ ਪਾਪ ਨੇ ਉਹ ਉਸ ਪੱਥਰ ਦਾ ਕੰਮ ਕਰਦੇ ਨੇ। ਤੇ ਪਹਿਲਾਂ ਹੀ ਘੁੰਮਣ ਵਾਲੀ ਪਾਣੀ 'ਚ ਬਣਨ ਵਾਲੀ, ਤੇ ਹੋਰ ਪੱਥਰ ਬਣ ਕੇ ਆਪਣੇ ਵੇੜੇ ਨੂੰ ਪੱਥਰ ਵਿੱਚ ਸਵਾਰ, ਪੱਥਰਾਂ ਨੂੰ ਉੱਤੇ ਲੱਦ ਕੇ ਤੇ ਉਸ ਘੁੰਮਣ ਵਾਲੀ 'ਚੋਂ ਕਿਵੇਂ ਲੰਘੀਏ? ਨਹੀਂ ਪਾਰ ਹੋਇਆ ਜਾਂਦਾ। ਪਾਓ ਬੇੜਾ ਜਿਉ ਚੜਾਓ, ਐ ਭਾਈ ਪਰਮਾਤਮਾ ਦੇ ਅਦਬ ਨੂੰ ਬੇੜਾ ਬਣਾਓ, ਨਾਉ ਬਣਾਓ, ਜਿਉ ਚੜਾਓ, ਤੇ ਇਸ ਸਰੀਰ ਨੂੰ ਉਸ ਬੇੜੇ ਵਿੱਚ ਸਵਾਰ ਕਰੋ, ਇਸ ਜਿੰਦ ਨੂੰ ਉਸ ਬੇੜੇ ਵਿੱਚ ਸਵਾਰ ਕਰ ਦਵੋ। ਕਹੋ ਨਾਨਕ ਦੋਵੇਂ ਕਾਹੂ, ਪਰ ਐ ਨਾਨਕ ਆਂਖ ਦੇਵੈ ਕਾਹੂ। ਇਹ ਜੋ ਸਮਝ ਹੈ ਇਹ ਕਿਸੇ ਵਿਰਲੇ ਮਨੁੱਖ ਨੂੰ ਹੀ ਪਰਮਾਤਮਾ ਵੱਲੋਂ ਮਿਲਦੀ ਹੈ। ਜਿਹਦੇ ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹੀ ਇਸ ਸੋਝੀ ਦਾ ਧਾਰਨੀ ਬਣਦਾ ਹੈ। ਸੋ ਪਾਤਸ਼ਾਹ ਜੀ ਨੇ ਮਿਹਰ ਕੀਤੀ, ਭੁੱਲਾਂ ਗਲਤੀਆਂ ਲਈ ਖਿਮਾ, ਫਤਿਹ ਦੇ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਸਤਨਾਮ ਸਤਨਾਮ ਸਤਨਾਮ